नहीं तो ਅਸੀਂ ਦੇਖੋ ਜਦੋਂ ਇਹ ਕਹਿੰਦੇ ਨਾ ਜੀ ਕਿ ਰੇਡੀਓ ਸੈੱਟ ਤੋਂ ਦੂਰ ਹੋ ਜਾਓ, ਰੇਡੀਓ ਸੈੱਟ ਨੂੰ ਸਲੋ ਕਰ ਲਓ, ਬੰਦ ਕਰ ਲਓ, ਸਾਨੂੰ ਬੜੀ ਤਕਲੀਫ ਹੁੰਦੀ ਹੈ। ਪੁੱਛੋ ਕਿਉਂ? ਕਿਉਂਕਿ ਅਸੀਂ ਰੇਡੀਓ ਵਾਲੇ ਅਸੀਂ ਰੇਡੀਓ ਵਾਲੇ ਤੁਸੀਂ ਰੇਡੀਓ ਸੁਣਨ ਵਾਲੇ ਅਸੀਂ ਇੱਕ ਦੂਜੇ ਨੂੰ ਕਹੀਏ ਕਿ ਰੇਡੀਓ ਸੈੱਟ ਆਫ ਕਰ ਦੇ ਤਾਂ ਚੰਗਾ ਨਹੀਂ ਲੱਗਦਾ। हेलो हाँ जी पवन जी, सत श्री अकाल जी। सत श्री अकाल सर। हाँ हाँ वेलकम सर, वेलकम जी। थैंक यू सर, थैंक यू। मैं स्क्रीन शेयर करके देख ला एक बार। करो जी, प्लीज करो। ओके, होगी सर? हाँ जी, हो गई जी, हो गई। अज है अपने को रेक्टिफायर सर्किट। हाँ जी सर, हाँ हाँ ठीक है सर, ठीक है। एंट्री में दिंदा हाले 5 मिनट पे है ना? हाँ सर, अजे 5 मिनट है ने। ठीक है जी। ਤਾਂ ਦੇਖੋ ਇਨਪੁਟ ਤੇ ਆ ਟਰਾਂਸਫਾਰਮਰ ਹੈ, ਇਹ ਵਾਲਾ ਕੀ ਹੈ ਸਾਡਾ ਟਰਾਂਸਫਾਰਮਰ। ਇਹ ਵਾਲੀ ਇਹਦੀ ਟਰਾਂਸਫਾਰਮਰ ਦੀ ਪ੍ਰਾਇਮਰੀ ਸਾਈਡ ਹੈ, ਇਹ ਵਾਲੀ ਇਹਦੀ ਸੈਕੰਡਰੀ ਸਾਈਡ ਆ। ਪ੍ਰਾਇਮਰੀ ਸਾਈਡ ਤੇ ਅਸੀਂ ਇਹਦੇ ਤੇ ਕੀ ਕੀਤੇ ਆ, ਇਨਪੁਟ ਵੋਲਟੇਜ ਜਿਹੜੇ ਸਾਡੇ 220 ਵੋਲਟ ਸੀਗੇ ਉਹ ਅਸੀਂ ਇਹਦੇ ਤੇ ਅਪਲਾਈ ਕਰਦੇ ਹਾਂ। ਇਹਦੇ ਤੇ ਅਸੀਂ ਕਿੰਨੇ ਵੋਲਟ ਅਪਲਾਈ ਕਰਦੇ ਹਾਂ? 220 ਵੋਲਟ। ਹਾਫ ਵੇਵ ਰੈਕਟੀਫਾਇਰ ਸਰਕਟ ਬਣਾਉਣ ਲਈ ਓਨਲੀ ਅਸੀਂ ਇੱਕੋ ਹੀ ਡਾਇਓਡ ਚੂਜ਼ ਕਰਦੇ ਹਾਂ। ਆ ਡੀ ਮਤਲਬ ਡਾਇਓਡ ਇੱਕ ਚੂਜ਼ ਕੀਤਾ ਹੋਇਆ। ਇਹ ਵਾਲੀ ਸਾਈਡ ਇਹਦੀ ਜਿਹੜੀ ਡਾਇਓਡ ਦੀ ਐਨੋਡ ਹੁੰਦੀ ਹੈ, ਮਤਲਬ ਪੋਜ਼ਿਟਿਵ ਹੁੰਦੀ ਹੈ, ਤੇ ਇਹ ਵਾਲੀ ਦੂਜੀ ਸਾਈਡ ਜਿੱਤੇ ਬਾਹਰ ਹੁੰਦੀ ਹੈ ਇਹਨੂੰ ਅਸੀਂ ਕਹਿੰਦੇ ਨੇ ਨੈਗੇਟਿਵ ਸਾਈਡ ਹੁੰਦੀ ਹੈ, ਮਤਲਬ ਕੈਥੋਡ ਹੁੰਦੀ ਹੈ। ਇਹ ਵਾਲੀ ਐਨੋਡ ਹੁੰਦੀ ਹੈ ਔਰ ਇਹ ਵਾਲੀ ਸਾਈਡ ਇਹਦੀ ਦੂਜੀ ਜਿਹੜੀ ਹੈ ਉਹ ਕੈਥੋਡ ਹੁੰਦੀ ਹੈ। ਹੁਣ ਇਹਨੇ ਫਾਰਵਰਡ ਬਾਇਸ ਉਦੋਂ ਹੀ ਹੋਣਾ ਜਦੋਂ ਇਹਦੇ ਚੋਂ ਮੀਨਸ ਕਰੰਟ ਉਦੋਂ ਹੀ ਫਲੋ ਕਰਨਾ ਹੈ ਜਦੋਂ ਇੱਥੇ ਸਾਡੇ ਕੋਲ ਪੋਜ਼ਿਟਿਵ ਹੋਏਗਾ ਤੇ ਇੱਥੇ ਨੈਗੇਟਿਵ ਆਏਗਾ। ਹੁਣ ਜਦੋਂ ਪਹਿਲਾ ਹਾਫ ਸਾਈਕਲ ਚੱਲਣਾ ਹੈ, ਇਹ ਵਾਲਾ ਪਹਿਲਾ ਹਾਫ ਸਾਈਕਲ ਚੱਲਣਾ ਹੈ, ਪੋਜ਼ਿਟਿਵ ਹਾਫ ਸਾਈਕਲ ਚੱਲਣਾ ਹੈ, ਓਨਲੀ ਵਨ ਡਾਇਓਡ ਅਸੀਂ ਯੂਜ਼ ਕਰਦੇ ਹਾਂ ਹਾਫ ਵੇਵ ਰੈਕਟੀਫਾਇਰ ਦੇ ਵਿੱਚ। ਓਨਲੀ ਵਨ ਡਾਇਓਡ ਯੂਜ਼ਡ ਇਨ ਹਾਫ ਵੇਵ ਰੈਕਟੀਫਾਇਰ ਸਰਕਟਸ। ਕੱਲ ਨੂੰ ਮਲਟੀਪਲ ਚੋਇਸ ਕੁਐਸਚਨ ਪੇਪਰ ਦੇ ਵਿੱਚ ਇਹ ਆ ਸਕਦਾ ਕਿ ਹਾਫ ਵੇਵ ਰੈਕਟੀਫਾਇਰ ਸਰਕਟਸ ਦੇ ਵਿੱਚ ਅਸੀਂ ਕਿੰਨੇ ਡਾਇਓਡ ਯੂਜ਼ ਕਰਦੇ ਹਾਂ, ਤਾਂ ਤੁਸੀਂ ਇਹ ਆਨਸਰ ਦੇਣਾ ਹੈ ਕਿ ਓਨਲੀ ਵਨ ਡਾਇਓਡ, ਇੱਕ ਹੀ ਡਾਇਓਡ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਡਿਊਰਿੰਗ each positive half cycle of the AC sine wave, during each positive half cycle of the sine wave, the diode is forward biased as the anode is positive with respect to the cathode, resulting in current forward through the diode. Means ਕੀ ਹੈ ਦਾ meaning ਹੈ ਕਿ ਜਦੋਂ ਪੋਜ਼ਿਟਿਵ ਹਾਫ ਸਾਈਕਲ ਚੱਲਣਾ ਹੈ, ਜਦੋਂ ਇਹ ਪੋਜ਼ਿਟਿਵ ਹਾਫ ਸਾਈਕਲ ਚੱਲਿਆ, ਪੋਜ਼ਿਟਿਵ ਹਾਫ ਸਾਈਕਲ ਦੇ ਦੌਰਾਨ ਕੀ ਕਰਨਾ, ਡਾਇਓਡ ਕੋਲ ਇੱਥੇ ਕੀ ਆ ਜਾਣਾ, ਪੋਜ਼ਿਟਿਵ ਹੋ ਜਾਣਾ, ਇਹਨੇ ਇੱਥੇ ਪੋਜ਼ਿਟਿਵ ਹੋ ਗਿਆ ਤੇ ਇੱਥੇ ਕੀ ਆ ਜਾਣਾ, ਇੱਥੇ ਨੈਗੇਟਿਵ ਆ ਜਾਣਾ। ਜਦੋਂ ਪੋਜ਼ਿਟਿਵ ਹਾਫ ਸਾਈਕਲ ਇਸ ਡਿਊਰੇਸ਼ਨ ਦੇ ਦੌਰਾਨ, ਪੋਜ਼ਿਟਿਵ ਹਾਫ ਸਾਈਕਲ ਦੇ ਦੌਰਾਨ ਇੱਥੇ ਪੋਜ਼ਿਟਿਵ ਹੋ ਜਾਏਗਾ ਤੇ ਜਿਹੜਾ ਕੈਥੋਡ ਆ ਸੌਰੀ ਦੂਜੀ ਸਾਈਡ ਆ, ਇਹ ਕੈਥੋਡ ਜਿਹੜੀ ਸੀ ਉਹਨੇ ਇਹਨੂੰ ਨੈਗੇਟਿਵ ਮਿਲ ਜਾਣਾ ਤੇ ਇਹ ਪੋਜ਼ਿਟਿਵ ਨੂੰ ਪੋਜ਼ਿਟਿਵ ਨਾਲ ਕਨੈਕਟ ਹੋ ਗਿਆ, ਨੈਗੇਟਿਵ ਜਿਹੜੀ ਉਹ ਨੈਗੇਟਿਵ ਨਾਲ ਹੋ ਗਿਆ, ਤਾਂ ਇੱਕ ਜਿਹੜਾ ਡਾਇਓਡ ਆ ਉਹ ਫਾਰਵਰਡ ਬਾਇਸ ਹੋ ਜਾਏਗਾ। ਫਾਰਵਰਡ ਬਾਇਸ ਹੋ ਜਾਏਗਾ ਤਾਂ ਮਤਲਬ ਕੀ ਹੈ ਕਿ ਇਹਦੇ ਚੋਂ ਕਰੰਟ ਜਿਹੜਾ ਫਲੋ ਕਰਨਾ ਸ਼ੁਰੂ ਕਰ ਦੇਗਾ। ਸੋ ਇਸ ਤਰ੍ਹਾਂ ਨਾਲ ਇਹਦੇ ਚ ਕਰੰਟ ਆਊਟਪੁੱਟ ਦੇ ਵਿੱਚ ਸਾਨੂੰ ਇਸ ਤਰ੍ਹਾਂ ਨਾਲ ਇਹਦੇ ਚ ਕਰੰਟ ਜਿਹੜਾ ਉਹ ਫਲੋ ਹੋਏਗਾ, ਜਿੱਦਾਂ ਮੈਂ ਡਾਟਡ ਦੇ ਵਿੱਚ ਆ ਜਿਹੜੀ ਸ਼ੇਡ ਕਰ ਰਿਹਾ, ਇਸ ਤਰ੍ਹਾਂ ਨਾਲ ਸਾਡੇ ਕੋਲ ਆ ਗਿਆ, ਜਿਹੜਾ ਫਲੋ ਹੋ ਗਿਆ। ਬਟ ਜਦੋਂ ਸੈਕਿੰਡ ਟਾਈਮ ਜਦੋਂ ਹਾਫ ਵੇਵ ਸਾਈਕਲ, ਆ ਜਿਹੜਾ ਸਾਈਕਲ ਆਣਾ ਹਾਫ ਵੇਵ ਜਿਹੜਾ ਇਹ ਵਾਲਾ, ਜਦੋਂ ਹਾਫ ਵੇਵ ਸਾਈਕਲ ਚੱਲਣਾ ਤੇ ਉਦੋਂ ਕੀ ਹੋਏਗਾ, ਹਾਫ ਵੇਵ ਦੇ ਦੌਰਾਨ ਇਹਨੇ ਨੈਗੇਟਿਵ, ਇੱਥੇ ਨੈਗੇਟਿਵ ਆ ਜਾਣਾ ਸਾਡੇ ਕੋਲ ਤੇ ਇੱਥੇ ਪੋਜ਼ਿਟਿਵ ਹੋ ਜਾਣਾ, ਜੋ ਕਿ
ਕੀ ਹੋ ਗਿਆ ਕਿ ਨੈਗੇਟਿਵ ਜਿਹੜਾ ਕਿਹਦੇ ਨਾਲ ਕਨੈਕਟ ਹੋ ਰਿਹਾ, ਇਹਦੇ ਡਾਇਓਡ ਦੇ ਪੋਜ਼ਿਟਿਵ ਨਾਲ, ਜੋ ਕਿ ਜਦੋਂ ਇਹ ਨੈਗੇਟਿਵ ਨਾਲ ਤੇ ਇਹਨੇ ਰਿਵਰਸ ਬਾਇਸ ਹੋ ਜਾਂਦਾ, ਰਿਵਰਸ ਬਾਇਸ ਹੋ ਜਾਂਦਾ ਹੈ। ਇਹ ਨੈਗੇਟਿਵ ਨਾਲ ਹੋ ਗਿਆ, ਇਹਦਾ ਐਨੋਡ ਜਿਹੜਾ ਇਹਦਾ ਪੋਜ਼ਿਟਿਵ ਜਿਹੜਾ ਉਹ ਨੈਗੇਟਿਵ ਨਾਲ ਹੋ ਰਿਹਾ, ਤੇ ਕੈਥੋਡ ਜਿਹੜਾ ਇਹਦਾ ਨੈਗੇਟਿਵ ਸੀਗਾ ਉਹ ਪੋਜ਼ਿਟਿਵ ਨਾਲ ਕਨੈਕਟ ਹੋ ਰਿਹਾ ਡਿਊਰਿੰਗ ਨੈਗੇਟਿਵ ਹਾਫ ਸਾਈਕਲ। ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਇਸ ਤਰ੍ਹਾਂ ਹੁੰਦਾ, ਤੇ ਇਹ ਜਿਹੜਾ ਡਾਇਓਡ ਆ ਉਹਦੇ ਚੋਂ ਕਰੰਟ ਫਲੋ ਨਹੀਂ ਕਰਦਾ। ਕਰੰਟ ਜਦੋਂ ਫਲੋ ਹੀ ਨਹੀਂ ਕਰੇਗਾ ਤਾਂ ਜਿਹੜੇ ਵੋਲਟੇਜ ਆ ਉਹ ਕੀ ਰਹਿ ਜਾਂਦੇ ਨੇ, ਜ਼ੀਰੋ ਰਹਿ ਜਾਂਦੇ ਨੇ। ਇਸ ਟਾਈਮ ਦੇ ਦੌਰਾਨ 0 ਵੋਲਟ ਰਹਿ ਜਾਂਦੇ ਨੇ। ਨੈਕਸਟ ਜਦੋਂ ਅੱਗੇ ਫਿਰ ਇਹ ਵਾਲਾ ਸਾਈਕਲ ਚੱਲਦਾ ਹਾਫ ਸਾਈਕਲ, ਜਦੋਂ ਫਿਰ ਅਗਲਾ ਹਾਫ ਸਾਈਕਲ ਚੱਲਣਾ ਤਾਂ ਫਿਰ ਕੀ ਆਣਾ, ਅਗਲਾ ਜਦੋਂ ਹਾਫ ਸਾਈਕਲ ਚੱਲਣਾ ਤੇ ਫਿਰ ਸਾਨੂੰ ਜਿਹੜਾ ਡਾਇਓਡ ਨੇ ਫਿਰ ਕੰਡਕਟ ਕਰ ਦੇਣਾ। ਡਾਇਓਡ ਜਦੋਂ ਕੰਡਕਟ ਕਰੇਗਾ ਤੇ ਇਹਦੇ ਚੋਂ ਇਹ ਫਾਰਵਰਡ ਬਾਇਸ ਹੋ ਜਾਏਗਾ, ਡਾਇਓਡ ਕੰਡਕਟ ਕਰੇਗਾ, ਇਲੈਕਟ੍ਰੋਨ ਜਿਹੜੇ ਆ ਉਹ ਫਲੋ ਹੋਣਗੇ, ਇਲੈਕਟ੍ਰੋਨਸ ਫਲੋ ਹੋਣਗੇ ਮੀਨਸ ਇਹਦੇ ਚੋਂ ਕਰੰਟ ਜਿਹੜਾ ਉਹ ਫਲੋ ਕਰੇਗਾ, ਤੇ ਸਾਨੂੰ ਫਿਰ ਇਸ ਤਰ੍ਹਾਂ ਨਾਲ ਸਾਡੇ ਕੋਲ ਆਉਟਪੁੱਟ ਆਏਗੀ। ਹੁਣ ਦੇਖੋ, ਜਦੋਂ ਅਸੀਂ ਨੈਗੇਟਿਵ ਹਾਫ ਸਾਈਕਲ ਲੈਂਦੇ ਆ, ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਡਾਇਓਡ ਕੰਡਕਟ ਹੀ ਨਹੀਂ ਕਰਦਾ, ਓਪਨ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ। ਓਪਨ ਸਰਕਟ ਦੀ ਤਰ੍ਹਾਂ ਕੰਮ ਕਰੇਗਾ ਤੇ ਕਰੰਟ ਇਹਦੇ ਵਿੱਚੋਂ ਫਲੋ ਹੀ ਨਹੀਂ ਕਰੇਗਾ। ਸੋ ਇਸ ਕਰਕੇ ਇੱਥੇ 0 ਹੀ ਵੋਲਟੇਜ ਰਹਿ ਜਾਂਦੇ ਆ, ਨੀਚੇ ਨੂੰ ਆਉਂਦਾ ਹੀ ਨਹੀਂ ਹੈ, ਇੱਧਰ ਨੂੰ ਨੈਗੇਟਿਵ ਵੱਲ ਨੂੰ ਆਏਗਾ ਹੀ ਨਹੀਂ, ਕਿਉਂਕਿ 0 ਵੋਲਟੇਜ ਰਹਿ ਜਾਂਦੇ ਆ। ਸੋ ਇਸੇ ਤਰ੍ਹਾਂ ਨਾਲ ਜਦੋਂ ਨੈਕਸਟ ਸਾਈਕਲ ਚੱਲਦਾ, ਉਹਦੇ ਅਗਲੇ ਸਾਈਕਲ ਦੇ ਦੌਰਾਨ ਜਿਹੜਾ ਉਹਦਾ ਜਿਹੜਾ ਪੋਜ਼ਿਟਿਵ ਹਾਫ ਸਾਈਕਲ ਹੈ ਉਸਦੇ ਦੌਰਾਨ ਇਹਨੇ ਫਿਰ ਜਿਸ ਤਰ੍ਹਾਂ ਪਹਿਲਾਂ ਸਮਝਾਇਆ ਉਸੇ ਤਰ੍ਹਾਂ ਹੀ ਇਹ ਫਿਰ ਕੰਮ ਕਰੇਗਾ। ਹੁਣ ਕੀ ਹੁੰਦਾ ਨੈਕਸਟ ਅੱਗੇ, in the half wave rectifier the diode conducts during the positive half cycle and not during the negative half cycle। ਪਹਿਲਾਂ ਹੀ ਐਕਸਪਲੇਨ ਕਰ ਦਿੱਤਾ ਕਿ ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਇਹ ਜਿਹੜੀਆਂ ਸਾਡੇ ਕੋਲ ਓਨਲੀ ਜਿਹੜੀ ਵੇਵ ਫਾਰਮ, ਜਦੋਂ ਅਸੀਂ ਇਹਨੂੰ CRO ਤੋਂ ਜੇ ਚੈੱਕ ਵੀ ਕਰਾਂਗੇ ਤੇ ਸਾਡੇ ਕੋਲ ਇਹ ਵਾਲਾ ਇਹ ਜਿਹੜੇ ਇਹ ਸਕਿਪ ਕਰ ਰਹੇ ਆ, ਇਹ ਜਿਹੜੇ ਆ ਇਹਦੇ ਦੌਰਾਨ ਕੀ ਸੀਗਾ, ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਡਾਇਓਡ ਜਿਹੜਾ ਉਹ ਕੰਡਕਟ ਨਹੀਂ ਕਰ ਰਿਹਾ। ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਡਾਇਓਡ ਕੰਡਕਟ ਨਹੀਂ ਕਰਦਾ, ਮਤਲਬ ਸਾਨੂੰ 0 ਵੋਲਟ ਮਿਲ ਰਹੇ ਆ। ਇੱਥੇ ਫਿਰ ਦੇਖਾਂਗੇ ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਜਿਹੜਾ ਉਹ ਨਹੀਂ ਕਰਦਾ, ਡਾਇਓਡ ਕੰਡਕਟ ਨਹੀਂ ਹੁੰਦਾ, ਤੇ ਸਾਡੇ ਕੋਲ ਫਿਰ ਵੋਲਟੇਜ ਜਿਹੜੇ ਉਹ 0 ਹੀ ਆਉਣਗੇ। ਹਾਫ ਵੇਵ ਰੈਕਟੀਫਾਇਰ ਦੇ ਵਿੱਚ ਕੀ ਇੱਕ ਅਸੀਂ ਡਾਇਓਡ ਯੂਜ਼ ਕੀਤਾ, ਜੋ ਕੀ ਕਰਦਾ ਹੈ ਕਰੰਟ ਨੂੰ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਫਲੋ ਕਰਦਾ ਹੈ। ਇਨ ਅਦਰ ਵਰਡਸ ਅਸੀਂ ਇਹ ਕਹਿ ਸਕਦੇ ਹਾਂ ਕਿ ਡਾਇਓਡ ਜਿਹੜਾ ਉਹ ਕਰੰਟ ਨੂੰ ਓਨਲੀ ਫਾਰਵਰਡ ਬਾਇਸ ਦੇ ਵਿੱਚ ਹੀ ਕੰਡਕਟ ਕਰਦਾ, ਉਦੋਂ ਹੀ ਕਰੰਟ ਫਲੋ ਹੋਏਗਾ ਜਦੋਂ ਡਾਇਓਡ ਫਾਰਵਰਡ ਬਾਇਸ ਹੋਏਗਾ। ਇਹੀ ਪ੍ਰਿੰਸੀਪਲ ਜਿਹੜਾ ਹੈ ਡਾਇਓਡ ਦਾ, ਇਹੀ ਜਿਹੜਾ ਹਾਫ ਵੇਵ ਰੈਕਟੀਫਾਇਰ ਲਈ ਯੂਜ਼ ਕੀਤਾ ਜਾਂਦਾ, ਜੋ ਕਨਵਰਟ ਕਰਦਾ AC ਨੂੰ DC ਦੇ ਵਿੱਚ। ਸੋ ਜਿਹੜੀ ਇਹ ਸਾਡੀ AC ਸਾਡੀ ਅਲਟਰਨੇਟਿਵ ਕਰੰਟ ਹੈ ਜੋ ਸਾਡਾ, ਉਹ ਕੀ ਕਰਦਾ ਸਟੈਪ ਡਾਊਨ ਕਰ ਦਿੰਦਾ ਹੈ ਯੂਜ਼ਿੰਗ ਏ ਟਰਾਂਸਫਾਰਮਰ। ਜੋ ਸਾਡੀ ਟਰਾਂਸਫਾਰਮਰ ਕੀ ਕਰਦਾ, ਟਰਾਂਸਫਾਰਮਰ ਜਿਹੜਾ ਉਹ ਵੋਲਟੇਜ ਨੂੰ ਸਟੈਪ ਡਾਊਨ ਕਰਦਾ। ਜੋ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਉਹੀ ਹੈ, ਜਿਹੜੀ ਵੋਲਟੇਜ ਜਿਹੜੀ ਰਿਡਿਊਸ ਹੋ ਕੇ ਆਉਂਦੀ ਹੈ, ਜਿਹੜੀ ਸੈਕੰਡਰੀ ਤੇ ਆਉਂਦੀ ਆ ਟਰਾਂਸਫਾਰਮਰ ਦੇ ਸੈਕੰਡਰੀ ਤੇ ਆਉਂਦੀ ਆ, ਉਹਨੂੰ ਅਸੀਂ ਅੱਗੇ ਕਾਹਦੇ ਨਾਲ ਕਨੈਕਟ ਕਰ ਦਿੰਦੇ ਆ, ਡਾਇਓਡ ਦੇ ਨਾਲ ਉਹਨੂੰ ਕਨੈਕਟ ਕਰ ਦਿੰਦੇ ਆ। ਤੇ ਡਿਊਰਿੰਗ ਪੋਜ਼ਿਟਿਵ ਹਾਫ ਸਾਈਕਲ ਦਾ ਡਾਇਓਡ ਵਿਲ ਬੀ ਫਾਰਵਰਡ ਬਾਇਸਡ, ਜਿਵੇਂ ਪਹਿਲਾਂ ਸਮਝਾਇਆ ਕੋਈ ਲਿਖਿਆ ਹੋਇਆ, ਤੇ ਡਿਊਰਿੰਗ ਨੈਗੇਟਿਵ ਹਾਫ ਸਾਈਕਲ ਡਾਇਓਡ ਵਿਲ ਬੀ ਰਿਵਰਸ ਬਾਇਸ, ਰਿਵਰਸ ਬਾਇਸ ਹੋਏਗਾ ਤਾਂ ਕਰੰਟ ਫਲੋ ਨਹੀਂ ਕਰੇਗਾ। So again, since the diode passes current only during one half cycle, क्योंकि ਇੱਕੋ ਹਾਫ ਸਾਈਕਲ ਦੇ ਦੌਰਾਨ ਹੀ ਕਰੰਟ ਜਿਹੜਾ ਉਹ ਡਾਇਓਡ ਜਿਹੜਾ ਉਹ ਕੰਡਕਟ ਕਰਦਾ, ਤੇ ਕਰੰਟ ਜਿਹੜੇ ਫਲੋ ਹੁੰਦੇ ਆ ਓਨਲੀ ਪੋਜ਼ਿਟਿਵ ਹਾਫ ਸਾਈਕਲ ਦੇ ਦੌਰਾਨ। ਸੋ ਇਹਨੂੰ ਅਸੀਂ ਕੀ ਕਹਿੰਦੇ ਆ, ਹਾਫ ਵੇਵ ਰੈਕਟੀਫਾਇਰ। ਇਸ ਲਈ ਅਸੀਂ ਇਹਨੂੰ ਕੀ ਕਹਿੰਦੇ ਆ, ਹਾਫ ਵੇਵ ਰੈਕਟੀਫਾਇਰ, ਕਿਉਂਕਿ ਇੱਕੋ ਹੀ ਡਾਇਰੈਕਸ਼ਨ ਡਿਊਰਿੰਗ ਹਾਫ ਸਾਈਕਲ ਦੇ ਦੌਰਾਨ ਇਹ ਚੱਲਦਾ ਹੈ, ਇੱਕ ਦੂਸਰੇ ਸਾਈਕਲ ਜਿਹੜਾ ਪੋਜ਼ਿਟਿਵ ਹਾਫ ਸਾਈਕਲ ਦੇ ਦੌਰਾਨ ਚੱਲਦਾ, ਦੂਜੇ ਹਾਫ ਸਾਈਕਲ ਦੇ ਦੌਰਾਨ ਇਹ ਨਹੀਂ ਚੱਲਦਾ। ਇਸੇ ਲਈ ਅਸੀਂ ਇਹਨੂੰ ਕਹਿੰਦੇ ਹਾਫ ਵੇਵ ਰੈਕਟੀਫਾਇਰ। ਜਿਵੇਂ ਕਿ ਸਮਝਾਇਆ ਸੀਗਾ ਪਹਿਲਾਂ ਵੀ ਕਿ ਆ ਜੇ ਪੋਜ਼ਿਟਿਵ ਹੈ, ਇਹ ਵਾਲੇ ਹਾਫ ਆਹ ਵਾਲਾ ਜਿਹੜਾ ਸਾਈਕਲ ਹੈ ਇਹਦੇ ਦੌਰਾਨ ਹੀ ਇਹਨੇ ਜਿਹੜਾ ਕਰੰਟ ਫਲੋ ਕਰੇਗਾ, ਇਸ ਦੌਰਾਨ ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਕਰੰਟ ਫਲੋ ਨਹੀਂ ਕਰੇਗਾ। ਇਸ ਲਈ ਅਸੀਂ ਇਹਨੂੰ ਵੀ ਕਹਿ ਦਿੰਦੇ ਹਾਂ ਹਾਫ ਵੇਵ ਰੈਕਟੀਫਾਇਰ। ਸੋ
ਉਹਨੂੰ ਅਸੀਂ ਫਿਲਟਰ ਕਰਨ ਲਈ ਤੁਹਾਨੂੰ ਮੈਂ ਦੱਸਿਆ ਇੱਕ ਕੈਪੈਸਿਟਰ ਲਗਾ ਦਿੰਦੇ ਆ। ਕੈਪੈਸਿਟਰ ਜਦੋਂ ਅਸੀਂ ਲਗਾਉਂਦੇ ਆ ਕਿਉਂਕਿ ਪਲਸੇਟਿੰਗ ਡੀਸੀ ਆਉਂਦੀ ਹੈ ਜਦੋਂ ਅਸੀਂ ਡਾਇਓਡ ਨਹੀਂ ਕਰਨਾ, ਸਾਨੂੰ ਡੀਸੀ ਦੇਣੀ ਹੈ ਬਟ ਪਲਸੇਟਿੰਗ ਦੇ ਦੇਣੀ ਹੈ। ਪਲਸੇਟਿੰਗ ਮੀਨਸ ਉਹਦੇ ਵਿੱਚ ਏਸੀ ਕੰਪੋਨੈਂਟ ਵੀ ਨਾਲ ਹੀ ਹੈਗੇ ਆ ਉਹਦੇ ਵਿੱਚ। ਸੋ ਕੈਪੈਸਿਟਰ ਇੱਕ ਲਗਾ ਦਿੰਦੇ ਆ। ਕੈਪੈਸਿਟਰ ਸਭ ਤੋਂ ਪਹਿਲਾਂ ਇਨੀਸ਼ੀਅਲੀ ਉਹ ਅਨਚਾਰਜਡ ਹੁੰਦਾ, ਜਦੋਂ ਉਹਨੂੰ ਪਹਿਲਾ ਹਾਫ ਸਾਈਕਲ ਮਿਲਦਾ, ਜਦੋਂ ਡਾਇਓਡ ਫਾਰਵਰਡ ਬਾਇਸ ਹੁੰਦਾ ਤਾਂ ਕੈਪੈਸਿਟਰ ਕੀ ਕਰਦਾ, ਚਾਰਜਿੰਗ ਆਪਣੀ ਸਟਾਰਟ ਕਰਨੀ ਸ਼ੁਰੂ ਕਰ ਦਿੰਦਾ। ਦੈਨ ਚਾਰਜਿੰਗ ਕੰਟੀਨਿਊ, ਚਾਰਜਿੰਗ ਉਦੋਂ ਤੱਕ ਹੁੰਦੀ ਰਹੇਗੀ ਜਦੋਂ ਤੱਕ ਇਹ ਮਤਲਬ ਇਹਦੀ ਇਨਪੁਟ ਜਿਹੜੀ ਆ ਪੀਕ ਵੈਲਿਊ ਤੇ ਨਹੀਂ ਪਹੁੰਚ ਜੇਗੀ। ਸੋ ਇਸ ਤਰ੍ਹਾਂ ਨਾਲ ਅੱਗੇ ਅਸੀਂ ਦੇਖੀਏ ਤਾਂ ਰਿਜ਼ਲਟੈਂਟ ਜਿਹੜਾ ਇਹਨੇ ਦੇਣਾ, ਇਹਨੇ ਜੋ ਰਿਜ਼ਲਟ ਦੇਣਾ ਇਸ ਤਰ੍ਹਾਂ ਨਾਲ ਦੇਣਾ। ਪਹਿਲਾਂ ਵੀ ਸਮਝਾਇਆ ਕਿ ਇਸ ਤਰ੍ਹਾਂ ਨਾਲ ਇਹਨੇ ਜਿਹੜੀ ਸਾਡੇ ਕੋਲ ਆਉਟਪੁੱਟ ਆ ਰਹੀ ਹੈ ਇਸ ਤਰ੍ਹਾਂ ਨਾਲ ਆ ਰਹੀ ਹੈ, ਆਹ ਵਾਲੀ ਆਉਟਪੁੱਟ ਆ ਰਹੀ ਸੀ ਪਲਸੇਟਿੰਗ ਦੇ ਵਿੱਚ, ਇਸ ਤਰ੍ਹਾਂ ਨਾਲ ਪਲਸੇਟਿੰਗ ਦੇ ਵਿੱਚ ਆਉਟਪੁੱਟ ਆ ਰਹੀ ਸੀਗੀ, ਪਲਸੇਟਿੰਗ ਦੇ ਵਿੱਚ ਇਸ ਤਰ੍ਹਾਂ ਨਾਲ ਆਉਟਪੁੱਟ ਆ ਰਹੀ ਸੀਗੀ। ਪਰ ਇਹਨੇ ਕੀ ਕੀਤਾ, ਕੈਪੈਸਿਟਰ ਨੇ ਕੀ ਕੀਤਾ, ਆਉਟਪੁੱਟ ਜਿਹੜੀ ਆ ਉਹ ਇਸ ਤਰ੍ਹਾਂ ਨਾਲ ਦੇਣੀ ਸ਼ੁਰੂ ਕਰ ਦਿੱਤੀ, ਇਸ ਤਰ੍ਹਾਂ ਨਾਲ। ਇਹ ਕੀ ਹੋਇਆ ਕਿ ਜਦੋਂ ਕੈਪੈਸਿਟਰ ਜਦੋਂ ਚਾਰਜ ਹੁੰਦਾ ਤੇ ਇਸ ਤਰ੍ਹਾਂ ਨਾਲ, ਜਦੋਂ ਡਿਸਚਾਰਜ ਹੋ ਰਿਹਾ ਇਹਦਾ ਮਤਲਬ ਹੈ ਡਿਸਚਾਰਜ ਹੋ ਰਿਹਾ। ਫਿਰ ਅੱਗੇ ਪੋਜ਼ਿਟਿਵ ਜਦੋਂ ਇਹ ਫਾਰਵਰਡ ਬਾਇਸ ਹੋਏਗਾ ਫਿਰ ਇਹ ਦੁਬਾਰਾ ਤੋਂ ਇਹ ਚਾਰਜ ਹੋਣਾ ਸ਼ੁਰੂ ਹੋ ਜਾਏਗਾ। ਇਸ ਤਰ੍ਹਾਂ ਨਾਲ ਇਹ ਸਾਨੂੰ ਆਉਟਪੁੱਟ ਦੇਗਾ। ਫਿਰ ਇਹਦੀ ਅਸੀਂ ਪਿਓਰ ਡੀਸੀ ਜ਼ਿਆਦਾ ਲੈਣ ਲਈ ਅਸੀਂ ਇੱਥੇ ਤੇ ਇੱਕ ਜ਼ਿਨਰ ਡਾਇਓਡ ਲਾ ਲੈਂਦੇ ਆ, ਉਹ ਸਾਨੂੰ ਬਿਲਕੁਲ ਪਿਓਰ ਡੀਸੀ ਦੇ ਦੇਗਾ। ਸੋ ਇਹਦੇ ਅੱਗੇ ਪੈਰਾਮੀਟਰਸ ਪੜ੍ਹਦੇ ਹਾਂ ਹੁਣ ਹਾਫ ਵੇਵ ਰੈਕਟੀਫਾਇਰ ਦੇ। ਕਿ ਸਭ ਤੋਂ ਪਹਿਲਾਂ ਅਸੀਂ ਪੀਕ ਇਨਵਰਸ ਵੋਲਟੇਜ ਦੇਖਦੇ ਹਾਂ ਕਿ ਪੀਕ ਇਨਵਰਸ ਵੋਲਟੇਜ ਕੀ ਹੁੰਦਾ, ਕਿ ਪੀਕ ਇਨਵਰਸ ਵੋਲਟੇਜ ਕੀ ਹੁੰਦਾ। PIV ਇਹਨੂੰ ਸ਼ਾਰਟਲੀ ਕਹਿ ਦਿੰਦੇ ਆ, ਪੇਪਰ 'ਚ ਆ ਸਕਦਾ PIV। PIV ਦਾ ਮਤਲਬ ਹੈ ਪੀਕ ਇਨਵਰਸ ਵੋਲਟੇਜ। ਇੱਕ ਟਾਈਪ ਪੜਾਂਗੇ। ਦੂਜਾ DC ਆਉਟਪੁੱਟ ਵੋਲਟੇਜ। DC ਆਉਟਪੁੱਟ ਵੋਲਟੇਜ ਮੀਨਸ ਕਿ ਇਹਦੇ ਆਉਟਪੁੱਟ DC ਵੋਲਟੇਜ ਕਿੰਨੇ ਹੁੰਦੇ ਆ, ਔਰ ਇਹਨੂੰ ਅਸੀਂ ਡਿਰਾਈਵ ਵੀ ਕਰਾਂਗੇ ਕਿ ਕਿਵੇਂ ਜਿਹੜੇ ਆਉਟਪੁੱਟ DC ਵੋਲਟੇਜ ਇਹਦੇ ਇਹਨੇ ਆ ਜਾਂਦੇ ਨੇ। ਸੋ DC ਆਉਟਪੁੱਟ ਕਰੰਟ, ਰਿਪਲ ਫੈਕਟਰਸ ਔਰ ਐਫੀਸ਼ੀਐਂਸੀ, ਇਹਨਾਂ ਨੂੰ ਡਿਸਕਸ ਕਰਾਂਗੇ। ਔਰ ਫਸਟਲੀ ਅਸੀਂ ਪੀਕ ਇਨਵਰਸ ਵੋਲਟੇਜ ਨੂੰ ਡਿਸਕਸ ਕਰਦੇ ਹਾਂ। ਇੱਕ ਮੈਂ ਦੁਬਾਰਾ ਰੈਕਟੀਫਾਇਰ ਸ਼ੋ ਕੀਤਾ, ਹਾਫ ਵੇਵ ਰੈਕਟੀਫਾਇਰ ਨੂੰ ਦੁਬਾਰਾ ਤੋਂ ਸ਼ੋ ਕੀਤਾ। ਇਹਦੇ ਵਿੱਚ ਅਸੀਂ ਦੇਖਦੇ ਹਾਂ ਜੋ ਪਹਿਲਾਂ ਸਮਝਾਇਆ ਸੇਮ ਹੀ ਹੈ। ਇਹਦੇ ਵਿੱਚ ਜਦੋਂ ਸਾਈਨ ਵੇਵ ਚੱਲਦੀ ਹੈ, ਦੇਖੋ ਇਹ ਵਾਲੀ ਇਨਪੁਟ ਤੇ ਸਾਡੇ ਕੋਲ AC ਸਿਗਨਲ ਜਿਹੜਾ ਸਾਡੇ ਘਰਾਂ ਦੇ ਵਿੱਚ ਆ ਰਹੀ ਹੈ, ਸਾਡੀ ਸਪਲਾਈ ਜਿਹੜੀ ਆ ਰਹੀ ਹੈ ਉਹ ਸਾਈਨ ਵੇਵ ਦੇ ਵਿੱਚ ਆ ਰਹੀ ਹੈ, ਇਸ ਤਰ੍ਹਾਂ ਨਾਲ ਆ ਰਹੀ ਹੈ, ਸਾਈਨ ਵੇਵ ਦੇ ਵਿੱਚ ਆ ਰਹੀ ਹੈ। ਜਦੋਂ ਇੱਥੇ ਸਾਡੇ ਕੋਲ ਸੈਕੰਡਰੀ ਦੇ ਵਿੱਚ ਵੀ ਸਾਡੇ ਕੋਲ ਜਿਹੜੀ ਸੈਕੰਡਰੀ ਆ ਜਿਹੜੀ ਸੈਕੰਡਰੀ ਹੈ, ਇੱਥੇ ਸਾਡੇ ਕੋਲ ਸਟੈਪ ਡਾਊਨ ਹੋ ਗਏ ਵੋਲਟੇਜ ਜਿਹੜੇ ਆ ਉਹ ਜਿਹੜੇ ਆ ਸਾਡੇ ਕੋਲ ਉਹ ਸਟੈਪ ਡਾਊਨ ਹੋ ਗਏ। ਸਟੈਪ ਡਾਊਨ ਹੋ ਗਏ ਤਾਂ ਸਾਡੇ ਕੋਲ ਇੱਥੇ ਜਿਹੜੀ ਵੋਲਟੇਜ ਆ ਉਹ ਸਟੈਪ ਡਾਊਨ ਹੋ ਕੇ ਮਿਲੇਗੀ। ਬਟ ਜਿਹੜੀ ਆਹ ਕੀ ਹੈ ਸੈਕੰਡਰੀ ਵੋਲਟੇਜ ਤੇ ਜਿਹੜੀ ਸਾਨੂੰ ਆਉਟਪੁੱਟ ਮਿਲਣੀ ਹੈ ਉਹ ਇਸ ਤਰ੍ਹਾਂ ਨਾਲ ਜਿਹੜੇ ਵੋਲਟੇਜ ਆਉਂਦੇ ਆ ਇਸ ਤਰ੍ਹਾਂ ਨਾਲ ਆਉਂਦੇ ਆ। ਜਿਹੜੀ ਇੱਕ ਸਾਈਨ ਵੇਵ ਦਾ ਇੱਕ ਸਾਈਨ ਵੇਵ ਦੀ ਇਕੁਏਸ਼ਨ ਹੈ ਕਿ ਸਾਈਨ ਵੇਵ ਦੀ ਇਕੁਏਸ਼ਨ ਜਿਹੜੀ ਹੁੰਦੀ VM into sin omega t। omega t ਮਤਲਬ ਕੀ ਹੈ ਕਿ ਟਾਈਮ ਹੈਗਾ, sin omega t। VM ਕੀ ਹੈ, VM ਦਾ ਮਤਲਬ ਹੈ M for maximum, V for voltage। VS, S ਦਾ ਮਤਲਬ ਸੈਕੰਡਰੀ ਵੋਲਟੇਜ। ਜਿਹੜੇ ਸੈਕੰਡਰੀ ਵੋਲਟੇਜ ਹੈ ਉਹ ਸਾਡੇ ਇੱਥੇ ਕਿੰਨੇ ਆਉਣੇ ਨੇ, ਸਾਡੇ ਕੋਲ VM sin omega t। ਇਸ ਤਰ੍ਹਾਂ ਦੀ ਇਕੁਏਸ਼ਨ ਸਾਡੇ ਕੋਲ ਬਣਦੀ ਹੈ, ਸਾਈਨ ਵੇਵ ਦੀ ਇਕੁਏਸ਼ਨ ਹੈ ਇਹ। ਇਹਦੇ ਵਿੱਚ ਕੀ ਹੁੰਦਾ ਕਿ ਨੈਕਸਟ ਅਗਲੇ ਸ਼ੋ ਕਰਦਾ। ਇਹਦੇ ਚ ਦੇਖੋ ਜਦੋਂ ਤਾਂ ਇਹ ਸਾਡੀ ਹੈਗੀ ਸੀ ਸਾਡੀ ਇਕੁਏਸ਼ਨ ਸਾਈਨ ਵੇਵ ਦੀ। ਸਾਈਨ ਵੇਵ ਦੀ ਇਕੁਏਸ਼ਨ ਆ ਸਾਡੀ ਕਿ ਸਾਈਨ ਵੇਵ ਜਿਹੜੀ ਆ ਸਾਡੀ VS ਮਤਲਬ ਸੈਕੰਡਰੀ ਵੋਲਟੇਜ। VS ਦਾ ਮਤਲਬ ਕੀ ਹੈ, ਸੈਕੰਡਰੀ ਵੋਲਟੇਜ। VS ਦਾ ਮਤਲਬ ਹੈ ਸੈਕੰਡਰੀ ਵੋਲਟੇਜ। ਹੁਣ ਦੇਖੋ ਜਦੋਂ ਪੋਜ਼ਿਟਿਵ ਹਾਫ ਸਾਈਕਲ ਮਿਲਣਾ ਇੱਥੇ ਡਾਇਓਡ ਨੂੰ ਪੋਜ਼ਿਟਿਵ ਹਾਫ ਸਾਈਕਲ ਮਿਲਣਾ ਇੱਥੇ। ਪੋਜ਼ਿਟਿਵ ਹਾਫ ਸਾਈਕਲ ਦੇ ਦੌਰਾਨ ਆਹ ਵਾਲੇ ਸਾਈਕਲ ਦੇ ਦੌਰਾਨ ਕੀ ਹੋਏਗਾ, ਇਹ ਵਾਲੇ ਸਾਈਕਲ ਦੇ ਦੌਰਾਨ ਇੱਥੇ ਪੋਜ਼ਿਟਿਵ ਆ ਗਿਆ, ਇੱਥੇ ਪੋਜ਼ਿਟਿਵ ਆ ਗਿਆ ਤੇ ਇਹਦੇ ਕੋਲ ਇੱਥੇ ਕੀ ਆ ਜਾਣਾ, ਨੈਗੇਟਿਵ ਆ ਜਾਣਾ। ਇਹ ਆਲਰੇਡੀ ਸਾਡਾ ਇਹ ਵਾਲੀ ਨੈਗੇਟਿਵ ਸਾਈਡ ਹੁੰਦੀ ਹੈ ਇਹਦੀ ਡਾਇਓਡ ਦੀ,
ਤੇ ਇਹ ਵਾਲੀ ਜਿਹੜੀ ਆ ਉਹ ਪੋਜ਼ਿਟਿਵ ਸਾਈਡ ਹੁੰਦੀ ਹੈ, ਨੈਗੇਟਿਵ ਹੁੰਦੀ ਹੈ, ਪੋਜ਼ਿਟਿਵ ਹੁੰਦੀ, ਇਹ ਵਾਲੀ ਜਿਹੜੀ ਆ ਉਹ ਨੈਗੇਟਿਵ ਹੁੰਦੀ ਹੈ। ਪੋਜ਼ਿਟਿਵ ਨਾਲ ਪੋਜ਼ਿਟਿਵ ਆ ਗਿਆ, ਨੈਗੇਟਿਵ ਨਾਲ ਨੈਗੇਟਿਵ ਹੋ ਗਿਆ ਤੇ ਫਾਰਵਰਡ ਬਾਇਸ ਹੋ ਗਿਆ। ਜਦੋਂ ਇਹ ਫਾਰਵਰਡ ਬਾਇਸ ਹੋਇਆ ਤੇ ਕਰੰਟ ਨੇ ਸਾਨੂੰ ਸਾਡੀ ਆਊਟਪੁੱਟ ਜਿਹੜੀ ਆ ਉਹ ਇਸ ਤਰ੍ਹਾਂ ਨਾਲ ਸ਼ੋ ਹੋਏਗੀ। ਹੁਣ ਦੇਖੋ ਜਦੋਂ ਇਹ ਫਾਰਵਰਡ ਬਾਇਸ ਹੋ ਗਿਆ, ਜਦੋਂ ਇਹ ਫਾਰਵਰਡ ਬਾਇਸ ਹੋਇਆ ਤਾਂ ਸਾਡੇ ਕੋਲ ਜੋ ਲੋਡ ਰੈਜ਼ਿਸਟੈਂਸ ਲਗਾਈ ਹੋਈ ਹੈ ਉਹਦੇ ਅਕ੍ਰੋਸ ਸਾਨੂੰ ਵੋਲਟੇਜ ਮਿਲਣੀ ਹੈ, ਵੋਲਟੇਜ ਉਹਦੇ ਅਕ੍ਰੋਸ ਮਿਲਣੀ ਜਿਹੜੀ ਅਸੀਂ ਲੋਡ ਰੈਜ਼ਿਸਟੈਂਸ ਲਗਾਈ ਹੋਈ ਹੈ। ਜਦੋਂ ਇਹਦੇ ਅਕ੍ਰੋਸ ਜਦੋਂ ਅਸੀਂ ਲੈਣੀ ਹੈ ਤੇ V ਸਾਨੂੰ ਪਤਾ ਹੈ V ਇਜ਼ ਇਕੁਅਲ ਟੂ ਕੀ ਹੁੰਦਾ IR, V ਇਜ਼ ਇਕੁਅਲ ਟੂ ਓਮ ਲਾ ਦੇ ਅਕੋਰਡਿੰਗ V ਇਜ਼ ਇਕੁਅਲ ਟੂ IR, V ਇਜ਼ ਇਕੁਅਲ ਟੂ IR ਕਰੰਟ ਇਨਟੂ ਰੈਜ਼ਿਸਟੈਂਸ। ਇਹਦਾ ਮਤਲਬ ਜੋ ਆਊਟਪੁੱਟ ਵੋਲਟੇਜ V0 ਲਿਖਿਆ ਹੋਇਆ ਮੈਂ VO ਕਹਿ ਲਵਾਂ, V ਆਊਟਪੁੱਟ ਵੋਲਟੇਜ ਜਿਹੜੀ ਹੈ ਉਹ ਕਿੰਨੀ ਹੋਏਗੀ I ਇੰਟੂ R। ਜਿੰਨੀ ਵੀ ਸਾਡੇ ਕੋਲ ਇੱਥੇ ਵੋਲਟੇਜ ਆ ਉਹ ਬਿਲਕੁਲ ਓਮ ਲਾਸ ਦੇ ਅਕੋਰਡਿੰਗ V ਇਜ਼ ਇਕੁਅਲ ਟੂ IR, ਮਤਲਬ ਕਰੰਟ ਜਿੰਨਾ ਕਰੰਟ ਮਤਲਬ ਜਿੰਨੀ ਵੋਲਟੇਜ ਹੈਗੀ ਉਹਨਾਂ ਸਾਡਾ ਹੀ ਕਰੰਟ ਹੋਏਗਾ ਅਕੋਰਡਿੰਗ ਟੂ ਓਮਸ ਲਾ। ਹੁਣ ਇਸ ਤਰ੍ਹਾਂ ਨਾਲ ਜਦੋਂ ਪੋਜ਼ਿਟਿਵ ਹਾਫ ਸਾਈਕਲ ਆਉਂਦਾ ਹੈ ਤੇ ਪੋਜ਼ਿਟਿਵ ਹਾਫ ਸਾਈਕਲ ਦੇ ਦੌਰਾਨ ਇਹ ਦੇਖੋ ਪੋਜ਼ਿਟਿਵ ਹਾਫ ਸਾਈਕਲ ਹੈ ਇਹ ਵਾਲਾ, ਇਹ ਪੋਜ਼ਿਟਿਵ ਹਾਫ ਸਾਈਕਲ ਦੇ ਦੌਰਾਨ ਕੀ ਹੈ, ਪੋਜ਼ਿਟਿਵ ਹਾਫ ਸਾਈਕਲ ਦੇ ਦੌਰਾਨ ਇਹਦੀ ਆਊਟਪੁੱਟ ਜਿਹੜੀ ਆ ਉਹ ਬਿਲਕੁਲ ਸਾਨੂੰ ਸੇਮ ਵੇ ਨਾਲ ਹੀ ਮਿਲ ਰਹੀ ਹੈ। ਦੇਖੋ ਆਊਟਪੁੱਟ ਜਿਹੜੀ ਆ ਉਹ ਸੇਮ ਵੇ ਨਾਲ ਹੀ ਮਿਲ ਰਹੀ ਆ। ਕਿਉਂ? ਕਿਉਂਕਿ ਕੀ ਹੋਇਆ ਇਹਨੇ ਆਊਟਪੁੱਟ ਤੇ ਕੀ ਆਣਾ ਸਾਡੇ ਕੋਲ V ਇਜ਼ ਇਕੁਅਲ ਟੂ IR, ਮਤਲਬ ਵੋਲਟੇਜ ਜਿਹੜੀ ਆਊਟਪੁੱਟ ਵੋਲਟੇਜ ਹੈ, ਆਊਟਪੁੱਟ ਵੋਲਟੇਜ ਜਿਹੜੀ ਸਾਡੇ ਕੋਲ I ਇੰਟੂ R ਆਣੀ ਹੈ। ਕਿਉਂਕਿ ਫਾਰਵਰਡ ਬਾਇਸ ਹੋ ਰਿਹਾ, ਜਦੋਂ ਫਾਰਵਰਡ ਬਾਇਸ ਹੋਏਗਾ, ਜਦੋਂ ਇਹ ਫਾਰਵਰਡ ਬਾਇਸ ਹੋਏਗਾ ਤੇ ਕਰੰਟ ਜਿਹੜਾ ਉਹ ਫਲੋ ਕਰੇਗਾ, ਕਿੰਨਾ ਫਲੋ ਕਰੇਗਾ ਡਿਪੈਂਡ ਕਰਦਾ ਕਿ ਉਹਦੇ ਤੇ ਵੋਲਟੇਜ ਕਿੰਨੇ ਹੈਗੇ। ਸੈਕੰਡਰੀ ਦੀ ਗੱਲ ਕਰਦੇ ਹਾਂ, ਸੈਕੰਡਰੀ ਦੀ, ਕਿਉਂਕਿ ਇਹਨੇ ਸੈਕੰਡਰੀ ਇਹਨੂੰ ਸੈਕੰਡਰੀ ਵੋਲਟੇਜ ਮਿਲੇ ਹੋਏ ਆ। ਮੰਨ ਲਓ ਜੇ 6 ਵੋਲਟ ਦਾ ਤੇ ਇੱਥੇ 6 ਵੋਲਟ ਚੱਲ ਰਹੇ ਹੁਣ 6 ਵੋਲਟ, ਇਹਦੇ ਅਕੋਰਡਿੰਗ ਜਿਹੜਾ ਉਹ ਕਰੰਟ ਫਲੋ ਕਰੇਗਾ। ਜਿੰਨੇ 6 ਵੋਲਟ ਆ ਰਹੇ ਆ 6 ਵੋਲਟ ਤੇ V ਕਿੰਨਾ ਹੋਏਗਾ ਇਜ਼ ਇਕੁਅਲ ਟੂ I ਇੰਟੂ R। ਇੰਨਾ ਜਿਹੜਾ ਵੋਲਟੇਜ ਹੈ ਉਹ ਜਿਹੜਾ ਕਰੰਟ ਆ ਉਹ ਇੰਨਾ ਫਲੋ ਹੋਏਗਾ ਇਹਦੇ ਅਕੋਰਡਿੰਗ। ਹੁਣ ਜੋ ਸੈਕੰਡਰੀ ਤੇ ਆ ਰਹੇ ਨਾ ਕਿ 220 ਦੇ ਅਕੋਰਡਿੰਗ ਜੋ ਇਨਪੁਟ ਤੇ ਆ ਰਹੇ ਸੀਗੇ, ਕਿਉਂਕਿ ਸੈਕੰਡਰੀ ਨਾਲ ਅਸੀਂ ਇਹਨੂੰ ਲਿਆ ਹੋਇਆ ਡਾਇਓਡ ਨੂੰ। ਸੋ ਜਦੋਂ ਇਹਦਾ ਮਤਲਬ ਪੋਜ਼ਿਟਿਵ ਹਾਫ ਸਾਈਕਲ ਦੇ ਦੌਰਾਨ ਤੇ ਸਾਡੇ ਕੋਲ ਇਹ ਆ ਗਿਆ, ਇਹ ਮੈਂ ਲਿਖਿਆ ਕਿ ਡਿਊਰਿੰਗ ਪੋਜ਼ਿਟਿਵ ਹਾਫ ਸਾਈਕਲ diode will work as a closed circuit, so current will flow, that is V is equal to IR। करंट जो फ्लो करेगा किवें ਇਹਦੇ ਅਕੋਰਡਿੰਗ ਹੀ ਫਲੋ ਕਰੇਗਾ ਕਿ V is equal to IR, ਜਿੰਨੀ ਵੋਲਟੇਜ ਹੈ ਉਹਦੇ ਅਕੋਰਡਿੰਗ ਹੀ ਕਰੰਟ ਵੀ ਫਲੋ ਕਰੇਗਾ। ਅਸੀਂ ਮੰਨ ਕੇ ਚੱਲਦੇ ਹਾਂ ਕਿ ਸਾਡੇ ਕੋਲ ਆਈਡੀਅਲ ਡਾਇਓਡ ਹੈਗਾ, ਆਈਡੀਅਲ ਡਾਇਓਡ ਆ ਤੇ ਜਿੰਨੇ ਵੋਲਟੇਜ ਹੈ ਤੇ ਓਨਾ ਹੀ ਸਾਡੇ ਕੋਲ ਉਹਦੇ ਅਕੋਰਡਿੰਗ ਹੀ ਕਰੰਟ ਵੀ ਫਲੋ ਕਰੇਗਾ। ਹੁਣ ਨੈਕਸਟ ਜਦੋਂ ਇਹਨੂੰ ਸਾਈਕਲ ਮਿਲਣਾ ਆਹ ਵਾਲਾ ਨੈਗੇਟਿਵ ਹਾਫ ਸਾਈਕਲ ਮਿਲਣਾ, ਜਦੋਂ ਨੈਗੇਟਿਵ ਹਾਫ ਸਾਈਕਲ ਮਿਲਣਾ ਤੇ ਇਹ ਵਾਲਾ ਕੀ ਹੋ ਜਾਣਾ, ਪੋਜ਼ਿਟਿਵ ਦੀ ਬਜਾਏ ਇੱਥੇ ਨੈਗੇਟਿਵ ਆ ਜਾਣਾ ਤੇ ਇੱਥੇ ਕੀ ਆ ਜਾਣਾ ਸਾਡੇ ਕੋਲ ਪੋਜ਼ਿਟਿਵ ਹੋ ਜਾਣਾ। ਹੁਣ ਕੀ ਹੋ ਗਿਆ ਕਿ ਇਹ ਵਾਲੀ ਸਾਈਡ ਤੇ ਡਾਇਓਡ ਦੀ ਪੋਜ਼ਿਟਿਵ ਹੁੰਦੀ ਹੈ, ਇੱਥੇ ਨੈਗੇਟਿਵ ਆ ਗਿਆ ਤੇ ਇਹ ਨੈਗੇਟਿਵ ਹੁੰਦੀ ਇੱਥੇ ਪੋਜ਼ਿਟਿਵ, ਮੀਨਸ ਉਲਟ ਡਾਇਰੈਕਸ਼ਨ ਦੇ ਵਿੱਚ ਹੋ ਗਈ। ਕਰੰਟ ਜਿਹੜਾ ਉਹ ਫਲੋ ਨਹੀਂ ਕਰੇਗਾ, ਕਰੰਟ ਜਿਹੜਾ ਫਲੋ ਨਹੀਂ ਕਰੇਗਾ। ਦੇਖੋ ਡਿਊਰਿੰਗ ਨੈਗੇਟਿਵ ਹਾਫ ਸਾਈਕਲ ਡਾਇਓਡ will work as open circuit, ਡਾਇਓਡ ਜਿਹੜਾ ਇੱਕ ਓਪਨ ਸਰਕਟ ਦੀ ਤਰ੍ਹਾਂ ਕੰਮ ਕਰੇਗਾ, ਇਹਦੇ ਚੋਂ ਜਿਹੜਾ ਕਰੰਟ ਉਹ ਫਲੋ ਨਹੀਂ ਹੋਏਗਾ। ਮੀਨਸ V is equal to ਕੀ ਸੀਗਾ ਸਾਡੀ ਆਊਟਪੁੱਟ ਵੋਲਟੇਜ ਕੀ ਸੀਗੀ, ਆਊਟਪੁੱਟ ਵੋਲਟੇਜ ਕੀ ਹੁੰਦੀ ਹੈ I into R, V is equal to I into R। ਹੁਣ I ਕਰੰਟ ਜਦੋਂ ਫਲੋ ਹੀ ਨਹੀਂ ਹੋਇਆ, ਕਰੰਟ ਫਲੋ ਨਹੀਂ ਹੋ ਰਿਹਾ, ਜਦੋਂ ਕਰੰਟ ਹੀ ਨਹੀਂ ਫਲੋ ਹੋ ਰਿਹਾ ਮੀਨਸ ਜ਼ੀਰੋ ਕਰੰਟ ਫਲੋ ਹੋ ਰਿਹਾ, ਕਰੰਟ ਫਲੋ ਹੀ ਨਹੀਂ ਹੋ ਰਿਹਾ ਮੀਨਸ ਜ਼ੀਰੋ ਹੋ ਗਿਆ, 0 into R। ਤੇ ਜਦੋਂ ਕਰੰਟ ਫਲੋ ਹੀ ਨਹੀਂ ਹੋਇਆ ਤੇ ਵੋਲਟੇਜ ਕਿੰਨੀ ਆ ਗਈ ਸਾਡੀ, ਜ਼ੀਰੋ ਹੋ ਗਈ। ਲੋਡ ਰੈਜ਼ਿਸਟੈਂਸ ਦੇ ਕ੍ਰੋਸ ਕਰੰਟ ਫਲੋ ਹੀ ਨਹੀਂ ਹੋ ਰਿਹਾ, ਰੈਜ਼ਿਸਟੈਂਸ ਦੀ ਵੈਲਿਊ ਚਾਹੇ ਜਿੰਨੀ ਮਰਜ਼ੀ ਹੋਏ, ਕਰੰਟ ਜਦੋਂ ਜ਼ੀਰੋ ਹੈ, ਫਲੋ ਨਹੀਂ ਕੀਤਾ ਨੈਗੇਟਿਵ ਹਾਫ ਸਾਈਕਲ ਦੇ ਦੌਰਾਨ, ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਇਹ ਕਰੰਟ ਜਿਹੜਾ ਉਹ ਫਲੋ ਨਹੀਂ ਕਰੇਗਾ। ਫਲੋ ਨਹੀਂ ਕਰੇਗਾ ਤਾਂ ਇਹਦੇ ਵਿੱਚੋਂ ਕੀ ਹੋਏਗਾ ਸਾਡੇ ਕੋਲ, ਇਹ ਵੋਲਟੇਜ
ਕਰੰਟ ਜਿਹੜਾ ਉਹ ਜ਼ੀਰੋ ਆ ਜਾਏਗਾ। ਕਰੰਟ ਮੀਨਸ ਜਦੋਂ ਫਲੋ ਨਹੀਂ ਕੀਤਾ ਕਰੰਟ ਜ਼ੀਰੋ ਆ ਤੇ ਵੋਲਟੇਜ ਵੀ ਸਾਡੇ ਕੋਲ ਵੋਲਟੇਜ ਦੀ ਵੈਲਿਊ ਕੀ ਹੋਈ, ਵੋਲਟੇਜ ਵੀ ਜ਼ੀਰੋ ਹੋਣਗੇ। ਸੋ ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਇਹ ਵਾਲਾ ਜਿਹੜਾ ਨੈਗੇਟਿਵ ਹਾਫ ਸਾਈਕਲ ਚੱਲਦਾ ਹੈ, ਜਦੋਂ ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਵੋਲਟੇਜ ਜਿਹੜੇ ਸਾਡੇ ਆ ਦੇਖੋ ਸਾਡੇ ਕੋਲ ਕੀ ਰਹਿ ਜਾਂਦੇ ਨੇ, ਜ਼ੀਰੋ ਵੋਲਟੇਜ ਰਹਿ ਜਾਂਦੇ ਨੇ। ਕੀ ਰਹਿੰਦੇ ਨੇ, ਜ਼ੀਰੋ ਵੋਲਟ ਰਹਿ ਜਾਂਦੇ ਆ। ਸੋ ਅਗਲਾ ਸਾਈਕਲ ਫਿਰ ਜਦੋਂ ਸਟਾਰਟ ਹੁੰਦਾ ਹੈ, ਨੈਕਸਟ ਸਾਈਕਲ, ਇੱਕ ਸਾਈਕਲ ਕੰਪਲੀਟ ਹੋਇਆ, ਅਗਲਾ ਜਿਹੜਾ ਨੈਕਸਟ ਸਾਈਕਲ ਚੱਲੇਗਾ ਉਹਦੇ ਦੌਰਾਨ ਜਿਹੜਾ ਉਹਦਾ ਹਾਫ ਸਾਈਕਲ ਹੋਏਗਾ, ਪੋਜ਼ਿਟਿਵ ਹਾਫ ਸਾਈਕਲ ਹੋਏਗਾ। ਸੇਮ ਡਾਇਓਡ ਜਿਹੜਾ ਫਿਰ ਫਾਰਵਰਡ ਬਾਇਸ ਕਰੇਗਾ ਤੇ ਵੋਲਟੇਜ ਜਿਹੜੇ ਆ ਉਹ ਮਤਲਬ ਕਰੰਟ ਜਿਹੜਾ ਉਹ ਫਲੋ ਕਰੇਗਾ ਅਕੋਰਡਿੰਗ ਟੂ ਓਮਸ V = IR। ਹੋਰ ਦੁਬਾਰਾ ਤੋਂ ਫਿਰ ਤੋਂ ਇਸ ਤਰ੍ਹਾਂ ਨਾਲ ਆ ਜਾਏਗਾ ਸਾਡੇ ਕੋਲ ਆਉਟਪੁੱਟ, ਦੁਬਾਰਾ ਤੋਂ ਇਹ ਆ ਜਾਏਗੀ। ਪਰ ਡਿਊਰਿੰਗ ਫਿਰ ਨੈਗੇਟਿਵ ਹਾਫ ਸਾਈਕਲ ਦੇ ਦੌਰਾਨ, ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਫਿਰ ਸਾਡੇ ਕੋਲ ਡਾਇਓਡ ਕਰੰਟ ਜਿਹੜਾ ਕੰਡਕਟ ਨਹੀਂ ਕਰੇਗਾ। ਡਾਇਓਡ ਜਦੋਂ ਕੰਡਕਟ ਨਹੀਂ ਕਰੇਗਾ ਤੇ ਸਾਡੇ ਕੋਲ ਕਰੰਟ ਦੀ ਵੈਲਿਊ ਮਤਲਬ ਕਰੰਟ ਜਦੋਂ ਫਲੋ ਹੀ ਨਹੀਂ ਕੀਤਾ, ਕਰੰਟ ਜਦੋਂ ਫਲੋ ਹੀ ਨਹੀਂ ਕੀਤਾ ਤੇ ਇਹਦਾ ਮਤਲਬ ਕਿ ਕਰੰਟ ਜਦੋਂ ਜ਼ੀਰੋ ਹੋ ਗਿਆ ਤੇ ਵੋਲਟੇਜ ਵੀ ਜ਼ੀਰੋ ਹੋ ਗਏ। ਇਸ ਤਰ੍ਹਾਂ ਨਾਲ ਜ਼ੀਰੋ ਹੋ ਰਿਹਾ, ਇਸ ਤਰ੍ਹਾਂ ਨਾਲ ਇਹ ਇੱਥੇ ਫਿਰ ਤੋਂ ਜ਼ੀਰੋ ਹੋ ਜਾਏਗਾ। ਇਹਦਾ ਮਤਲਬ ਕੀ ਆ, ਹਾਫ ਸਾਈਕਲ ਦੇ ਦੌਰਾਨ ਓਨਲੀ ਪੋਜ਼ਿਟਿਵ ਹਾਫ ਸਾਈਕਲ ਦੇ ਦੌਰਾਨ ਹੀ ਇਹ ਹਾਫ ਵੇਵ ਰੈਕਟੀਫਾਇਰ ਦੇ ਵਿੱਚ ਪੋਜ਼ਿਟਿਵ ਹਾਫ ਸਾਈਕਲ ਦੇ ਦੌਰਾਨ ਹੀ ਸਾਨੂੰ ਆਉਟਪੁੱਟ ਮਿਲਦੀ ਆ। ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਸਾਨੂੰ ਕੋਈ ਵੀ ਆਉਟਪੁੱਟ ਜਿਹੜੀ ਉਹ ਨਹੀਂ ਮਿਲ ਰਹੀ, ਓਨਲੀ ਜ਼ੀਰੋ ਆ ਰਹੀ ਹੈ ਸਾਡੇ ਕੋਲ ਵੋਲਟ। ਸੋ ਅੱਗੇ ਅਸੀਂ ਪੀਕ ਇਨਵਰਸ ਵੋਲਟੇਜ ਹੈ ਕੀ ਆ। ਹੁਣ ਦੇਖੋ ਪੀਕ ਇਨਵਰਸ ਵੋਲਟੇਜ ਕੀ ਹੈ। ਜਦੋਂ ਤਾਂ ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਕੀ ਹੁੰਦਾ, ਦੇਖੋ ਪ੍ਰੈਕਟੀਕਲੀ ਜਦੋਂ ਅਸੀਂ ਗੱਲ ਕਰੀਏ, ਪ੍ਰੈਕਟੀਕਲੀ ਡਾਇਓਡ ਜੋ ਕੰਡਕਟ ਕਰਦਾ ਡਿਊਰਿੰਗ ਬ੍ਰੇਕਡਾਊਨ ਵੋਲਟੇਜ, ਜਿਹੜਾ ਡਾਇਓਡ ਆ ਉਹ ਜਰਮੇਨੀਅਮ ਜਾਂ ਸਿਲੀਕਨ ਮਟੀਰੀਅਲ ਦਾ ਬਣਿਆ ਹੁੰਦਾ। ਕੋਈ ਵੀ ਜਿਹੜਾ ਸਾਡੇ ਇਲੈਕਟ੍ਰੋਨਿਕ ਕੰਪੋਨੈਂਟ ਆ ਉਹ ਸੈਮੀ ਕੰਡਕਟਰ ਮਟੀਰੀਅਲ ਦੇ ਬਣੇ ਹੁੰਦੇ ਆ। ਸੈਮੀ ਕੰਡਕਟਰ ਮਟੀਰੀਅਲਸ ਕਿਹੜੇ ਹੁੰਦੇ ਨੇ, ਮੋਸਟਲੀ ਜਿਹੜੇ ਅਸੀਂ ਯੂਜ਼ ਕਰਦੇ ਆ ਉਹ ਜਰਮੇਨੀਅਮ ਔਰ ਸਿਲੀਕਨ ਹੈ। ਇਹਦੀ ਜਿਹੜੀ ਜਰਮੇਨੀਅਮ ਲਈ ਇਹਦੀ ਜਿਹੜੀ ਬ੍ਰੇਕਡਾਊਨ ਵੋਲਟੇਜ ਹੁੰਦੀ ਹੈ ਉਹ ਹੁੰਦੀ 0.3 ਵੋਲਟ ਤੇ ਸਿਲੀਕਨ ਲਈ ਜੇ ਸਿਲੀਕਨ ਦਾ ਬਣਿਆ ਹੋਏਗਾ ਤੇ ਉਹਨੇ ਕਿੰਨੇ ਵੋਲਟੇਜ ਤੇ ਇਹਨੇ ਕਿੰਨੇ ਤੇ ਕਰਦਾ, ਉਹ ਬ੍ਰੇਕਡਾਊਨ ਕਰਦਾ 0.7 ਵੋਲਟ ਤੇ। ਹੁਣ ਡਿਊਰਿੰਗ ਨੈਗੇਟਿਵ ਹਾਫ ਸਾਈਕਲ ਡਾਇਓਡ ਵਿਲ ਵਰਕ ਐਜ਼ ਓਪਨ ਸਰਕਟ। ਜਦੋਂ ਡਾਇਓਡ ਨੈਗੇਟਿਵ ਹਾਫ ਸਾਈਕਲ ਦੇ ਦੌਰਾਨ, ਦੇਖੋ ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਨੈਗੇਟਿਵ ਹਾਫ ਸਾਈਕਲ ਹੋਏਗਾ ਤੇ ਇੱਥੇ ਕੀ ਸਾਡੇ ਕੋਲ ਆ ਗਈ, ਆ ਪੋਜ਼ਿਟਿਵ ਸੀਗਾ ਸਾਡਾ, ਇਹ ਵਾਲੀ ਸਾਈਡ ਕੀ ਹੈ ਪੋਜ਼ਿਟਿਵ ਹੈ ਤੇ ਇਹ ਵਾਲੀ ਸਾਈਡ ਕੀ ਹੈ ਸਾਡੀ ਨੈਗੇਟਿਵ ਹੈ। ਜਦੋਂ ਇੱਥੇ ਨੈਗੇਟਿਵ ਆ ਜਾਂਦਾ, ਇਹ ਨੈਗੇਟਿਵ ਆ ਗਿਆ ਤੇ ਇਹ ਪੋਜ਼ਿਟਿਵ ਹੋ ਗਿਆ ਤੇ ਇਹ ਉਲਟ ਡਾਇਰੈਕਸ਼ਨ ਚ ਹੋ ਗਏ। ਡਾਇਓਡ ਕੰਡਕਟ ਨਹੀਂ ਕਰੇਗਾ, ਇਹਦੇ ਚੋਂ ਕਰੰਟ ਫਲੋ ਨਹੀਂ ਹੋਏਗਾ ਤੇ ਕਰੰਟ ਇੱਥੇ ਕਿੰਨਾ ਹੋਏਗਾ ਸਾਡੇ ਕੋਲ ਆਉਟਪੁੱਟ ਤੇ ਕਰੰਟ ਕੀ ਆਏਗਾ, ਤੁਹਾਨੂੰ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਾ, ਕੀ ਹੋਏਗਾ ਜ਼ੀਰੋ ਹੋਏਗਾ ਤੇ ਵੋਲਟੇਜ ਵੀ ਕੀ ਹੋਣਗੇ, ਜ਼ੀਰੋ ਹੋਣਗੇ। ਵੋਲਟੇਜ ਵੀ ਸਾਡੇ ਕੋਲ ਜ਼ੀਰੋ ਹੋਣਗੇ। ਪਰ ਅਸੀਂ ਦੇਖਦੇ ਹਾਂ ਕਿ ਇੱਥੋਂ ਤੱਕ ਤੇ ਸਾਡੇ ਕੋਲ ਸੈਕੰਡਰੀ ਤੱਕ ਤਾਂ ਸਾਡੇ ਕੋਲ ਵੋਲਟੇਜ ਆ ਹੀ ਰਹੇ ਆ, ਸੈਕੰਡਰੀ ਤੱਕ ਤਾਂ ਸਾਡੇ ਕੋਲ ਵੋਲਟੇਜ ਆ ਹੀ ਰਹੇ ਆ। ਜੇ 6 ਵੋਲਟ ਹੈ, ਮੰਨ ਲਓ 6 ਵੋਲਟ ਦਾ ਅਸੀਂ ਟਰਾਂਸਫਾਰਮਰ ਲਾਇਆ ਹੋਇਆ ਤੇ ਸੈਕੰਡਰੀ ਤੇ ਸਾਡੇ ਕੋਲ 6 ਵੋਲਟ ਤਾਂ ਮਿਲ ਹੀ ਰਹੇ ਆ ਨਾ। ਜਦੋਂ 6 ਵੋਲਟ ਮਿਲ ਰਹੇ ਆ ਤੇ ਡਿਊਰਿੰਗ ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਕੀ ਹੁੰਦਾ ਹੈ ਕਿ ਇਹ ਐਜ਼ ਏ ਓਪਨ ਸਰਕਟ ਕੰਮ ਕਰਦਾ, ਇਹਦੇ ਚੋਂ ਕਰੰਟ ਫਲੋ ਨਹੀਂ ਹੁੰਦਾ। ਸੋ ਕਰੰਟ ਫਲੋ ਨਹੀਂ ਕਰਦਾ ਆਉਟਪੁੱਟ ਦੇ ਵਿੱਚ। ਪਰ ਜੋ ਵੀ ਸਾਡੇ ਕੋਲ ਜੇ ਅਸੀਂ ਮਲਟੀਮੀਟਰ ਨਾਲ ਚੈੱਕ ਕਰਾਂਗੇ ਤੇ ਸਾਡੇ ਕੋਲ ਇੱਕ ਮਲਟੀਮੀਟਰ ਇੱਥੇ, ਦੂਸਰੀ ਜਿਹੜੀ ਆਦੀ ਪ੍ਰੋਬ ਇੱਥੇ ਲਗਾਵਾਂਗੇ, ਡਾਇਓਡ ਦੇ ਕ੍ਰਾਸ ਜਿਹੜੇ ਆ ਉਹ ਸਾਰੇ ਵੋਲਟੇਜ ਇਹਦੇ ਕ੍ਰਾਸ ਸਾਨੂੰ ਮਿਲਦੇ ਆ। ਜੇ 6 ਵੋਲਟ ਸਾਰੇ ਉਹ ਸਾਨੂੰ ਇਹਦੇ ਕ੍ਰਾਸ ਮਿਲਣਗੇ, ਪਰ ਮਿਲਣਗੇ ਕਰਦੇ ਉਹ ਓਨਲੀ ਏਸੀ ਦੇ ਵਿੱਚ ਹੀ ਹੋਣਗੇ, ਉਹ ਏਸੀ ਵੋਲਟ ਹੀ ਹੋਣਗੇ। ਉਹਨਾਂ ਮਤਲਬ ਡੀਸੀ ਨਹੀਂ ਕੀਤਾ। ਉਹ ਜਿਹੜੇ ਆ ਜਿਹੜੀ ਵੋਲਟੇਜ ਆ ਉਹ ਸਾਡੀ ਇੱਕ ਮੈਕਸਿਮਮ ਵੋਲਟੇਜ ਕਹਿ ਦਿੰਦੇ ਆ, ਜਿਹੜੀ ਆ ਸੈਕੰਡਰੀ ਤੇ ਜਿਹੜੀ ਮੈਕਸਿਮਮ ਵੋਲਟੇਜ ਜਿਹੜੇ 6 ਵੋਲਟ ਆ ਸਾਨੂੰ ਉਹ ਇਹਦੇ ਕ੍ਰਾਸ ਹੀ ਆਉਣਗੇ। ਉਹ ਜਿਹੜੇ 6 ਵੋਲਟ ਜਿਹੜੇ ਸਾਨੂੰ ਇਹਦੇ ਕ੍ਰਾਸ ਮਿਲ ਰਹੇ ਆ ਉਹਨੂੰ ਅਸੀਂ ਕਹਿੰਦੇ ਆ ਪੀਕ ਇਨਵਰਸ ਵੋਲਟੇਜ। ਦੁਬਾਰਾ ਐਕਸਪਲੇਨ ਕਰਨਾ ਚਾਹੁੰਦਾ ਕਿ ਪੀਕ ਇਨਵਰਸ ਵੋਲਟੇਜ ਕੀ ਹੁੰਦੇ ਆ। ਪੀਕ ਇਨਵਰਸ ਵੋਲਟੇਜ ਉਹ ਹੁੰਦੇ ਆ ਕਿ ਪੋਜ਼ਿਟਿਵ ਹਾਫ ਸਾਈਕਲ ਦੇ ਦੌਰਾਨ ਤਾਂ ਡਾਇਓਡ ਕੰਡਕਟ ਕਰ ਜਾਂਦਾ, ਪਰ ਨੈਗੇਟਿਵ ਹਾਫ ਸਾਈਕਲ ਦੇ ਦੌਰਾਨ ਕੀ ਹੁੰਦਾ ਕਿ ਡਾਇਓਡ ਜਿਹੜਾ ਉਹ ਕੰਡਕਟ ਨਹੀਂ ਹੁੰਦਾ, ਇਹਦੇ ਚੋਂ ਕਰੰਟ ਫਲੋ ਨਹੀਂ ਹੁੰਦਾ। ਜਦੋਂ ਕਰੰਟ ਹੀ ਫਲੋ ਨਹੀਂ ਹੋਏਗਾ ਤੇ ਆਉਟਪੁੱਟ ਸਾਡੇ ਕੋਲ ਬਿਲਕੁਲ 0 ਵੋਲਟ ਮਿਲਦੇ ਆ, ਆਉਟਪੁੱਟ ਸਾਡੇ ਕੋਲ ਨਹੀਂ ਆਉਂਦੀ।
ਜਦੋਂ ਆਊਟਪੁੱਟ ਨਹੀਂ ਆਏਗੀ ਤੇ ਬਟ ਇੱਥੋਂ ਤੱਕ ਸਾਡੇ ਕੋਲ ਸੈਕੰਡਰੀ ਤੱਕ ਤਾਂ ਵੋਲਟੇਜ ਹੈਗੇ ਆ। ਉਹ ਕਿਹੜੇ ਵੋਲਟੇਜ ਨੇ? ਏਸੀ ਵੋਲਟੇਜ ਨੇ। ਉਹ ਜਿਹੜੇ ਏਸੀ ਵੋਲਟੇਜ ਹੈ, ਉਹ ਜਿਹੜੇ ਵੋਲਟੇਜ ਆ ਉਹ ਸਾਡੇ ਕੋਲ ਜਿੰਨੇ ਵੀ ਸੀਗੇ ਇੱਥੇ ਸੈਕੰਡਰੀ ਤੇ, ਜੇ 6 ਵੋਲਟ ਸੀਗੇ ਤੇ 6 ਵੋਲਟ ਹੀ ਸਾਨੂੰ ਜਿਹੜੇ ਉਹ ਇੱਥੇ ਇਹਦੇ ਅਕ੍ਰੋਸ ਜਿਹੜੇ ਸਾਨੂੰ ਡਾਇਓਡ ਦੇ ਅਕ੍ਰੋਸ ਸਾਨੂੰ ਮਿਲ ਜਾਣਗੇ। ਅਸੀਂ ਜੇ ਮਲਟੀਮੀਟਰ ਨਾਲ ਚੈੱਕ ਕਰਾਂਗੇ ਤਾਂ ਸਾਡੇ ਕੋਲ ਇੱਥੇ 6 ਵੋਲਟ ਹੀ ਮਿਲਣਗੇ। ਉਹ ਜਿਹੜੇ ਸਾਡੇ ਕੋਲ ਮੈਕਸਿਮਮ ਵੋਲਟ ਸੀਗੇ, ਜਿਹੜੇ 6 ਵੋਲਟ ਸੀਗੇ, ਉਹ ਸਾਡੇ ਕੀ ਹੋਣਗੇ? ਪੀਕ ਇਨਵਰਸ ਵੋਲਟੇਜ ਆ ਉਹ ਸਾਡਾ। ਸੇਮ ਵੇ ਨਾਲ ਜੇ ਅਸੀਂ 12 ਵੋਲਟ ਦਾ ਜਾਂ 9 ਵੋਲਟ ਦਾ ਟਰਾਂਸਫਾਰਮਰ ਲਗਾਇਆ, ਜੇ ਸਾਡੇ ਕੋਲ ਇੱਥੇ 9 ਵੋਲਟ ਆ ਰਹੇ ਆ ਤਾਂ ਇੱਥੋਂ ਤੱਕ ਸਾਡੇ ਕੋਲ 9 ਵੋਲਟ ਤਾਂ ਹੈਗੇ ਹੀ ਆ। ਉਹ 9 ਵੋਲਟ ਆ ਜਿਹੜੇ ਉਹ ਚਾਹੇ ਨੈਗੇਟਿਵ ਕਰਕੇ, ਨੈਗੇਟਿਵ ਬਾਈਸਿੰਗ ਦੇ ਕਰਕੇ ਫਲੋ ਨਹੀਂ ਕਰ ਰਿਹਾ ਕਰੰਟ, ਪਰ ਇੱਥੋਂ ਤੱਕ ਵੋਲਟੇਜ ਤਾਂ ਸਾਡੇ ਕੋਲ ਹੈ ਹੀ ਆ। ਇੱਥੋਂ ਤੱਕ ਤਾਂ ਆ ਹੀ ਰਹੇ ਆ ਨਾ। ਇੱਥੋਂ ਤੱਕ ਜਿਹੜੇ ਆ ਰਹੇ ਆ ਵੋਲਟੇਜ, ਉਹ ਜਿਹੜੇ ਵੋਲਟੇਜ ਆ ਉਹ ਇਹਦੇ ਕ੍ਰਾਸ ਜਿਹੜੇ ਆ ਉਹ ਇਹਦੇ ਕ੍ਰਾਸ ਜਿਹੜੇ ਆ ਸਾਨੂੰ ਸ਼ੋ ਹੋਣਗੇ। ਇਸ ਨੂੰ ਅਸੀਂ ਕਹਿੰਦੇ ਆ ਪੀਕ ਇਨਵਰਸ ਵੋਲਟੇਜ। ਪੀਕ ਇਨਵਰਸ ਵੋਲਟੇਜ ਦਾ ਮਤਲਬ ਕੀ ਹੈਗੀ? ਇੱਕ ਤਰ੍ਹਾਂ ਦੀ ਮੈਕਸਿਮਮ ਵੋਲਟੇਜ ਹੈ that diode bear during a reverse bias। ਸੋ ਇਹਨੂੰ ਅਸੀਂ ਪੀਕ ਇਨਵਰਸ ਵੋਲਟੇਜ ਕਹਿੰਦੇ ਆ। ਪੀਕ ਇਨਵਰਸ ਵੋਲਟੇਜ ਉਹ ਹੈ ਜਿਹੜੀ ਸਾਡੀ ਸੈਕੰਡਰੀ ਤੇ ਵੋਲਟੇਜ ਹੈ ਤੇ ਉਹ ਸਾਨੂੰ ਮਿਲਦੀ ਹੈ ਡਿਊਰਿੰਗ ਨੈਗੇਟਿਵ ਹਾਫ ਸਾਈਕਲ। ਡਿਊਰਿੰਗ ਨੈਗੇਟਿਵ ਹਾਫ ਸਾਈਕਲ, ਕਿਉਂਕਿ ਨੈਗੇਟਿਵ ਹਾਫ ਸਾਈਕਲ ਦੇ ਵਿੱਚ ਜਿਹੜੀ ਸਾਡੇ ਕੋਲ ਆਊਟਪੁੱਟ ਜਿਹੜੀ ਆ ਉਹ 0 ਹੁੰਦੀ ਹੈ। ਆਊਟਪੁੱਟ ਜਿਹੜੀ 0 ਆਉਂਦੀ ਹੈ, ਬਟ ਜਿਹੜੇ ਵੋਲਟੇਜ ਆ ਜੇ ਅਸੀਂ ਚੈੱਕ ਕਰਾਂਗੇ ਡਾਇਓਡ ਦੇ ਕ੍ਰਾਸ ਤੇ ਇਹ ਵੋਲਟੇਜ ਸਾਡੇ ਕੋਲ ਇੰਨੇ ਹੀ ਆਣਗੇ। ਇਹ ਵੋਲਟੇਜ ਨੂੰ ਅਸੀਂ ਕਹਿੰਦੇ ਆ ਪੀਕ ਇਨਵਰਸ ਵੋਲਟੇਜ। ਸੋ ਅੱਗੇ ਮੈਂ ਐਕਸਪਲੇਨ ਕਰਨਾ ਚਾਹੁੰਦਾ ਸੀਗਾ ਕਿ ਇਹਦੇ ਬਾਰੇ ਜਦੋਂ ਜਰਮੇਨੀਅਮ ਦਾ ਦੇਖੋ ਟ੍ਰਾਂਸਫਰ, ਅਗਰ ਜਰਮੇਨੀਅਮ ਦਾ ਜਾਂ ਸਿਲੀਕਨ ਦਾ, ਜੇ ਕਿਉਂਕਿ ਪ੍ਰੈਕਟੀਕਲੀ ਇਹ ਤੇ ਅਸੀਂ ਗੱਲ ਕਰ ਰਹੇ ਹਾਂ ਆਈਡਲੀ, ਇੱਕ ਆਈਡੀਅਲ ਜੇ ਹੈ ਡਾਇਓਡ, ਉਹਦੀ ਗੱਲ ਕਰਦੇ ਹਾਂ। ਪ੍ਰੈਕਟੀਕਲੀ ਜਦੋਂ ਅਸੀਂ ਪਰਫਾਰਮ ਕਰਾਂਗੇ ਤੇ ਇਹਨੇ ਸਿਲੀਕਨ ਦਾ ਜੇ ਬਣਿਆ ਹੋਇਆ ਤੇ ਇਹਨੇ 0.7 ਵੋਲਟ ਤੇ ਇਹਨੇ ਜਿਹੜਾ ਕੰਡਕਟ ਕਰਨਾ, ਜੇ ਜਰਮੇਨੀਅਮ ਤੇ 0.3 ਵੋਲਟ ਤੇ ਕੰਡਕਟ ਕਰਨਾ। ਦੇਖੋ ਪਹਿਲਾਂ ਤਾਂ ਇਸ ਤਰ੍ਹਾਂ ਨਾਲ ਚੱਲ ਰਿਹਾ ਸੀਗਾ। ਨੈਕਸਟ ਅੱਗੇ ਮੈਂ ਵੇਵ ਸ਼ੇਪ ਸ਼ੋ ਕੀਤੀ ਆ। ਸਾਡੀ ਇਨਪੁਟ ਹੈਗੀ ਆ, ਜੋ ਇਨਪੁਟ ਤੇ ਸੀਗੀ ਸਾਡੀ ਪ੍ਰਾਇਮਰੀ ਤੇ ਸੀਗੀ, ਇਨਪੁਟ ਤੇ ਸੀਗੀ ਸਾਡੇ ਕੋਲ ਇਨਪੁਟ ਵੋਲਟੇਜ ਸੀਗੇ, ਇਨਪੁਟ ਵੋਲਟੇਜ ਸੀਗੇ ਇਨਪੁਟ। ਤੋ ਇਹ ਵਾਲੇ ਸਾਡੇ ਕੀ ਸੀਗੇ? ਆਊਟਪੁੱਟ। ਇਹ ਵਾਲੇ ਕੀ ਸਾਡੇ ਕੋਲ? ਆਊਟਪੁੱਟ। ਇਹ ਸੀਗਾ ਸਾਡਾ ਜਦੋਂ ਆਈਡੀਅਲੀ। ਜਦੋਂ ਬਟ ਪ੍ਰੈਕਟੀਕਲੀ ਜਦੋਂ ਅਸੀਂ ਕਰਾਂਗੇ ਨੂੰ, ਜਦੋਂ ਪ੍ਰੈਕਟੀਕਲੀ ਕਰਦੇ ਆ ਤੇ ਫਿਰ ਕੀ ਹੁੰਦਾ ਕਿ ਡਾਇਓਡ ਜਿਹੜਾ ਉਹ ਮੈਂ ਦੱਸਿਆ ਪਹਿਲੇ ਕਿ ਜਰਮੇਨੀਅਮ ਜਾਂ ਸਿਲੀਕਨ ਦਾ ਬਣਿਆ ਹੁੰਦਾ। ਮੰਨ ਲੈਂਦੇ ਆ ਕਿ ਪ੍ਰੈਕਟੀਕਲੀ ਜਦੋਂ ਇੱਥੇ 0 ਵੋਲਟ ਹੈ ਇਨਪੁਟ ਤੇ, ਇੱਥੇ 0 ਵੋਲਟ ਹੈ, ਇੱਥੇ ਤੱਕ 0 ਵੋਲਟ ਹੈ ਚੱਲ ਰਿਹਾ। ਜਦੋਂ ਇਹ 0.3 ਮੰਨ ਲਓ ਜੇ ਜਰਮੇਨੀਅਮ ਦਾ ਹੈਗਾ ਇਹ, ਤੇ ਜਦੋਂ ਇਹਨੂੰ 0.3 ਮਿਲਣਗੇ, ਮੰਨ ਲੈਂਦੇ 0.3 ਸਾਡੇ ਇੱਥੇ ਹੈਗੇ ਨੇ 0.3, ਇਸ ਪੁਆਇੰਟ ਤੇ 0.3 ਵੋਲਟ ਮਿਲ ਗਏ ਤੇ ਡਾਇਓਡ ਨੇ ਫਾਰਵਰਡ ਬਾਇਸ ਹੋ ਜਾਣਾ। ਡਾਇਓਡ ਨੇ ਕੰਡਕਟ ਕਰਨਾ ਉਦੋਂ ਕਰਨਾ। ਤੋਂ ਸਾਨੂੰ ਜਿਹੜਾ ਆਊਟਪੁੱਟ ਹੈ ਉਹ ਫਿਰ ਸਾਨੂੰ ਇਸ ਤਰ੍ਹਾਂ ਮਿਲੇਗੀ, ਇੱਥੇ ਜਾ ਕੇ ਮਿਲੇਗੀ, ਨਾ ਕਿ ਇੱਥੋਂ ਨਹੀਂ ਸਟਾਰਟ ਹੋਏਗੀ ਸਾਡੀ ਆਊਟਪੁੱਟ, ਇੱਥੋਂ ਨਹੀਂ ਹੋਏਗੀ, ਇਸ ਪੁਆਇੰਟ ਤੋਂ ਸਟਾਰਟ ਹੋਏਗੀ ਸਾਡੀ ਆਊਟਪੁੱਟ। ਇਸੇ ਤਰ੍ਹਾਂ ਜਦੋਂ ਨੈਗੇਟਿਵ ਹਾਫ ਸਾਈਕਲ ਚੱਲਣਾ ਤੇ ਉਦੋਂ ਵੀ ਇਹਨੇ ਇੱਥੋਂ ਹੀ ਇਹਨੇ ਆਊਟਪੁੱਟ ਜਿਹੜੀ ਆ ਉਹ ਇੱਥੋਂ ਤੱਕ ਆਏਗੀ। ਸੇਮ ਜਿਹੜਾ ਅਗਲਾ ਸਾਈਕਲ ਵੀ ਦੇਖਾਂਗੇ ਉਹ ਇੱਥੇ ਜਾ ਕੇ ਇਹਨੇ ਫਿਰ ਮੰਨ ਲਓ ਇੱਥੇ 0.3 ਵੋਲਟ ਹੈ ਡਾਇਓਡ, ਇੱਥੇ ਜਾ ਕੇ ਡਾਇਓਡ ਨੇ ਪ੍ਰੈਕਟੀਕਲੀ ਜਦੋਂ ਅਸੀਂ ਇਹਨੂੰ ਪਰਫਾਰਮ ਕਰਦੇ ਹਾਂ ਤੇ ਇਸ ਤਰ੍ਹਾਂ ਨਾਲ ਚੱਲਦਾ ਹੈ। ਪ੍ਰੈਕਟੀਕਲੀ ਜਦੋਂ ਚੱਲਦਾ ਤੇ ਇਹ ਇੰਨੀ ਵੋਲਟ ਜਿਹੜੀ ਆ ਉਹ ਛੱਡ ਜਾਂਦਾ, ਇੱਥੇ ਤੱਕ 0 ਰਹਿੰਦੇ ਨੇ ਵੋਲਟ, ਇੱਥੇ ਤੱਕ 0 ਚੱਲਦੇ ਆ। ਜਦੋਂ ਇਹ 0.3 ਤੇ ਪਹੁੰਚਦਾ ਜਰਮੇਨੀਅਮ ਲਈ 0.3 ਵੋਲਟ ਤੇ ਪਹੁੰਚਦਾ ਤਾਂ ਇੱਥੇ ਜਾ ਕੇ ਫਿਰ ਇਹ ਕੀ ਕਰਦਾ ਡਾਇਓਡ ਜਿਹੜਾ ਉਹ ਆਪਣਾ ਕੰਡਕਟ ਮਤਲਬ ਕਰਨਾ ਸ਼ੁਰੂ ਹੋ ਜਾਂਦਾ। ਡਾਇਓਡ ਕੰਡਕਟ ਹੋ ਜਾਂਦਾ ਤੇ ਕਰੰਟ ਜਿਹੜਾ ਫਲੋ ਹੋਣਾ ਸ਼ੁਰੂ ਹੋ ਜਾਂਦਾ। ਇਸ ਤਰ੍ਹਾਂ ਨਾਲ ਇਹ ਪ੍ਰੈਕਟੀਕਲੀ ਜਿਹੜੀ ਵੇਵ ਸ਼ੇਪ ਹੈ ਉਹ ਇਸ ਤਰ੍ਹਾਂ ਨਾਲ ਆਏਗੀ। ਸੋ ਡੀਸੀ ਆਊਟਪੁੱਟ ਵੋਲਟੇਜ ਕੀ ਹੈ? ਡੀਸੀ ਆਊਟਪੁੱਟ ਵੋਲਟੇਜ ਹੈ, ਦੇਖੋ ਕਿ ਸਾਨੂੰ ਪਤਾ ਆਊਟਪੁੱਟ ਵੋਲਟੇਜ ਜਿਹੜੀ ਹੈ ਡੀਸੀ ਆਊਟਪੁੱਟ ਵੋਲਟੇਜ ਹੁੰਦੇ ਆ 0.318 0.318 VM। VM ਦਾ ਮਤਲਬ ਮੈਕਸਿਮਮ ਵੋਲਟੇਜ, VM ਦਾ ਮਤਲਬ ਹੈ ਮੈਕਸਿਮਮ ਵੋਲਟੇਜ। ਡੀਸੀ ਆਊਟਪੁੱਟ ਹਾਫ ਵੇਵ ਰੈਕਟੀਫਾਇਰ ਚ ਡੀਸੀ ਆਊਟਪੁੱਟ ਵੋਲਟੇਜ ਕਿੰਨੇ ਆਉਂਦੇ ਆ? 0.318 ਇਨਟੂ ਮੈਕਸਿਮਮ ਵੋਲਟੇਜ ਇੰਨੇ ਹੈਗੇ ਆ। ਮੈਕਸਿਮਮ ਵੋਲਟੇਜ ਦਾ ਕਿੰਨਾ ਮਲਟੀਪਲਾਈ ਕਰ ਲਾਂਗੇ ਕਿਹਦੇ ਨਾਲ? 0.318 ਨਾਲ। ਸੋ ਇਹਨੂੰ ਅਸੀਂ ਡੀਸੀ ਵੋਲਟੇਜ ਅਸੀਂ ਚੈੱਕ ਕਰਨੇ ਕਿ ਡਿਰਾਈਵ ਕਰਦੇ ਆ ਦਾ ਫਾਰਮੂਲਾ ਕਿ ਅਸੀਂ ਆਊਟਪੁੱਟ ਕਿਵੇਂ ਸਾਡੇ ਕੋਲ ਇੰਨੇ ਆਉਂਦੇ ਨੇ। ਦੇਖੋ ਸਾਡੇ ਕੋਲ ਸਾਨੂੰ ਪਤਾ ਆਊਟਪੁੱਟ ਵੋਲਟੇਜ ਜਿਹੜੀ ਆ
ਸਾਈਨ ਵੇਵ ਦੇ ਅਕੋਰਡਿੰਗ ਕੀ ਹੁੰਦੀ ਹੈ Vm into sin omega t। ਕਦੋਂ ਕਿਸ ਡਿਊਰੇਸ਼ਨ ਦੇ ਵਿੱਚ ਜਦੋਂ ਟਾਈਮ ਸਾਡੇ ਕੋਲ ਕੀ ਸੀਗਾ 0 ਤੋਂ ਪਾਈ ਆਹ ਵਾਲੇ ਟਾਈਮ ਦੇ ਵਿੱਚ ਆਹ ਵਾਲਾ ਜਿਹੜਾ ਓਮੇਗਾ ਟੀ ਟਾਈਮ ਲਿਆ ਸੀ ਇਸ ਟਾਈਮ ਜਦੋਂ ਇੱਥੋਂ ਤੱਕ ਟਾਈਮ ਆਉਂਦਾ 0 to ਪਾਈ 0 to ਪਾਈ ਜਦੋਂ ਟਾਈਮ ਆਉਂਦਾ ਦੇਖੋ ਆਉਟਪੁੱਟ ਵੋਲਟੇਜ ਸਾਡੇ ਕੋਲ ਉਹ ਕੀ ਆਉਂਦੇ ਨੇ Vm sin omega t ਕਦੋਂ 0 ਤੋਂ ਲੈ ਕੇ ਪਾਈ ਤੱਕ ਜਦੋਂ ਟਾਈਮ ਕਿੰਨਾ ਹੈਗਾ 0 ਤੋਂ ਲੈ ਕੇ 0 ਤੋਂ ਪਾਈ ਦੇ ਵਿੱਚ ਟਾਈਮ ਆ ਪਾਈ ਇੱਕ ਪਾਈ ਕੀ ਹੈ ਸਾਡੇ ਇੱਕ ਟਾਈਮ ਲੈ ਲਿਆ ਕਿ ਇੱਥੋਂ ਤੱਕ ਟਾਈਮ ਹੈਗਾ ਇਹ ਟਾਈਮ ਹੈ ਟਾਈਮ ਦੀ ਡਿਵੀਜ਼ਨਸ ਕੀਤੀਆਂ ਹੋਈਆਂ ਪਾਈ ਹੈ 2 ਪਾਈ ਹੈ 3 ਪਾਈ ਹੈ 4 ਪਾਈ ਹੈ ਸੋ ਔਨ। ਜਦੋਂ ਅਸੀਂ ਆਉਟਪੁੱਟ ਵੋਲਟੇਜ ਲਵਾਂਗੇ ਆਉਟਪੁੱਟ ਜਦੋਂ ਵੋਲਟੇਜ Vm sin omega t ਤੇ ਟਾਈਮ ਕਿੰਨਾ 0 ਤੋਂ ਪਾਈ ਉਦੋਂ ਜਿਹੜੀ ਸਾਡੇ ਕੋਲ ਇਸ ਤਰ੍ਹਾਂ ਨਾਲ ਵੋਲਟੇਜ ਮਿਲਦੇ ਆ sin omega t ਮੈਕਸਿਮਮ ਵੋਲਟੇਜ ਜੋ ਸੈਕੰਡਰੀ ਤੇ ਜਿਹੜੇ ਵੋਲਟੇਜ ਹੁੰਦੇ ਆ ਜੇ 6 ਵੋਲਟ ਆ ਤਾਂ ਕਿੰਨੀ ਮੈਕਸਿਮਮ ਵੋਲਟੇਜ ਹੈ 6 ਨਾਲ ਕੀ ਹੈ sin omega t ਤੇ ਜਦੋਂ ਆਉਟਪੁੱਟ ਵੋਲਟੇਜ 0 ਹੋਣਗੇ ਕਿਸ ਟਾਈਮ ਦੇ ਦੌਰਾਨ ਇਹ ਵਾਲਾ ਟਾਈਮ ਜਦੋਂ ਚੱਲਣਾ ਇਹ ਵਾਲਾ ਟਾਈਮ 0 ਤੋਂ 2 ਪਾਈ ਇਹ ਵਾਲਾ ਜਿਹੜਾ ਟਾਈਮ ਚੱਲ ਰਿਹਾ ਸੀਗਾ ਇਹ ਵਾਲਾ 0 to 2 ਪਾਈ ਇੱਥੇ ਵੋਲਟੇਜ ਸਾਡੇ ਕੋਲ ਕਿੰਨੇ ਆ ਰਹੇ 0 ਆ ਰਹੇ ਦੇਖੋ ਇੱਥੇ 0 ਵੋਲਟ ਆ ਰਹੇ ਆ ਜਦੋਂ ਟਾਈਮ ਕਿੰਨਾ ਸੀ ਪਾਈ to 2 ਪਾਈ ਜਦੋਂ ਟਾਈਮ ਕਿੰਨਾ ਹੈਗਾ ਸਾਡੇ ਕੋਲ ਪਾਈ ਤੋਂ ਲੈ ਕੇ 2 ਪਾਈ ਤੇ ਉਦੋਂ ਵੋਲਟੇਜ ਸਾਡੇ ਕੋਲ 0 ਆ ਰਹੇ ਆ ਸੋ ਸਾਨੂੰ ਐਵਰੇਜ ਵੋਲਟੇਜ ਜਿਹੜੀ ਸਾਡੀ ਐਵਰੇਜ ਵੋਲਟੇਜ ਕਹਿ ਲਓ ਜਾਂ ਡੀਸੀ ਵੋਲਟੇਜ ਕਹਿ ਲਓ ਜਿਹੜੀ ਐਵਰੇਜ ਵੋਲਟੇਜ ਜਦੋਂ ਅਸੀਂ ਜਾਂ ਡੀਸੀ ਵੋਲਟੇਜ ਫਾਈਂਡ ਆਊਟ ਕਰਨੀ ਹੈ ਤੇ ਡੀਸੀ ਵੋਲਟੇਜ ਫਾਈਂਡ ਆਊਟ ਕਰਨ ਲਈ ਫਾਰਮੂਲਾ ਹੈਗਾ ਇਹ ਹੁੰਦਾ ਏਰੀਆ ਅੰਡਰ ਦਾ ਕਰਵ ਓਵਰ ਬੇਸ ਏਰੀਆ ਅੰਡਰ ਦਾ ਕਰਵ ਇਹਦਾ ਫਾਰਮੂਲਾ ਹੈਗਾ ਇੰਟੀਗ੍ਰੇਸ਼ਨ ਆਫ V ਆਉਟਪੁੱਟ ਵੋਲਟੇਜ ਇਨਟੂ ਡੈਰੀਵੇਸ਼ਨ ਮਤਲਬ d ਓਮੇਗਾ t 0 ਤੋਂ ਲੈ ਕੇ 2 ਪਾਈ ਓਵਰ ਬੇਸ ਕਿੰਨਾ ਸਾਡਾ 2 ਪਾਈ ਕਿਉਂਕਿ ਟਾਈਮ ਕਿੰਨਾ ਇੱਕ ਸਾਈਕਲ ਚ ਕਿੰਨਾ ਕੰਪਲੀਟ ਕਰ ਰਿਹਾ ਇੱਕ ਸਾਈਕਲ ਦੇ ਵਿੱਚ ਇਹ ਕੰਪਲੀਟ ਕਰ ਰਿਹਾ ਸੀ 0 ਤੋਂ 2 ਪਾਈ 0 to 2 ਪਾਈ ਕਰ ਰਿਹਾ ਇਹ ਮੈਂ ਇੱਥੇ x ਨਾ ਇੱਥੇ ਮਤਲਬ ਪਾਈ 2 ਪਾਈ ਸੋ ਇੱਥੇ ਆ ਜਾਏਗਾ ਸਾਡੇ ਕੋਲ 2 ਪਾਈ ਤੇ ਇਹਨੂੰ ਅਸੀਂ ਲਿਖਾਂਗੇ 0 ਤੋਂ 2 ਪਾਈ ਲਿਖ ਲਿਆ ਸੋ 0 to ਪਾਈ ਇਹਨੂੰ ਅਲੱਗ-ਅਲੱਗ ਕਰਦੇ ਇੰਟੀਗ੍ਰੇਸ਼ਨ ਦੇ ਵਿੱਚ ਕਿ 0 ਤੋਂ ਪਾਈ v naught d omega t ਆ ਜਿਹੜਾ v naught d omega t ਇਹ ਵਾਲਾ 0 ਤੋਂ ਪਾਈ v naught omega v0 d omega t ਪਲੱਸ ਇਹ ਆ ਗਿਆ ਇਹ ਇੰਟੀਗ੍ਰੇਸ਼ਨ ਦਾ ਹੈਗਾ ਕਿ ਅਸੀਂ ਇੰਟੀਗ੍ਰੇਸ਼ਨ ਦੇ ਵਿੱਚ ਅਸੀਂ ਥੋੜੀ ਮੈਥਮੈਟੀਕਲ ਇਕੁਏਸ਼ਨ ਹੈ ਕਿ ਅਸੀਂ ਇਹਨੂੰ ਇੰਟੀਗ੍ਰੇਸ਼ਨ ਦੇ ਵਿੱਚ ਅੱਗੇ ਅਸੀਂ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ ਓਵਰ 2 ਪਾਈ ਹੈ ਹੁਣ 2 ਪਾਈ 2 ਕਾਂਸਟੈਂਟ ਹੈ ਪਾਈ ਦੀ ਵੈਲਿਊ ਵੀ ਕਾਂਸਟੈਂਟ ਹੈ ਤੇ ਇਹਨੂੰ ਅਸੀਂ ਬਾਹਰ ਲੈ ਲਿਆ 1 ਓਵਰ 2 ਪਾਈ ਉੱਪਰ 1 ਹੈ ਓਵਰ 2 ਪਾਈ ਇਹ ਸਾਡਾ ਕਾਂਸਟੈਂਟ ਹੋ ਗਿਆ ਕਾਂਸਟੈਂਟ ਵੈਲਿਊ ਆ ਗਈ ਬ੍ਰੈਕਟ ਦੇ ਵਿੱਚ ਸਾਡੇ ਕੋਲ ਕੀ ਰਹਿ ਗਿਆ ਆਹ ਵਾਲੀ ਵੈਲਿਊ ਰਹਿ ਗਈ sin v0 d omega t plus v0 d omega t ਹੁਣ ਜਦੋਂ ਇਹਦੀ ਵੈਲਿਊ ਤਾਂ ਅਸੀਂ ਆ ਲਿਖਤੀ 0 to ਪਾਈ ਇਹ ਵਾਲੀ ਸੇਮ ਲਿਖਤੀ ਵੈਲਿਊ ਇੱਥੇ ਦੇਖੋ ਇੰਟੀਗ੍ਰੇਸ਼ਨ ਦੇ ਵਿੱਚ 0 to ਪਾਈ vm sin omega t dt ਦੇਖੋ vm v0 ਦੀ ਵੈਲਿਊ ਕਿੰਨੀ ਹੈ v ਆਉਟਪੁੱਟ ਸਾਡੇ ਕੋਲ ਕਿੰਨੀ ਹੈਗੀ ਆ v ਆਉਟਪੁੱਟ ਜਦੋਂ ਟਾਈਮ ਕਿੰਨਾ ਸੀਗਾ 0 ਤੋਂ ਪਾਈ ਤੇ ਸਾਡੇ ਕੋਲ ਆਉਟਪੁੱਟ ਕਿੰਨੀ ਆ ਰਹੀ ਹੈ vm sin omega t ਜਦੋਂ ਤਾਂ ਆਉਟਪੁੱਟ v0 ਹੈ ਇਹਦਾ ਮਤਲਬ v0 ਦੀ ਜਗ੍ਹਾ ਅਸੀਂ ਕੀ ਲਿਖ ਸਕਦੇ ਹਾਂ ਕਿ ਆਉਟਪੁੱਟ ਵੋਲਟੇਜ ਆ ਸਾਡੇ ਇਹ ਆਉਟਪੁੱਟ ਵੋਲਟੇਜ ਕਿੰਨੇ ਆ vm sin omega t ਕਦੋਂ ਜਦੋਂ ਟਾਈਮ ਕਿੰਨਾ ਸੀਗਾ 0 ਤੋਂ ਪਾਈ ਦੇ ਵਿੱਚ ਸੀਗਾ ਜਦੋਂ ਟਾਈਮ 0 ਤੋਂ ਪਾਈ ਦੇ ਵਿੱਚ ਸੀਗਾ ਤਾਂ ਇਹ ਵਾਲਾ ਚੱਲ ਰਿਹਾ ਸੀਗਾ ਇਸ ਲਈ v ਉਹ ਦੀ ਜਗ੍ਹਾ ਤੇ ਅਸੀਂ ਲਿਖ ਸਕਦੇ ਹਾਂ vm sin omega t ਆਹੀ ਲਿਖ ਦਿੱਤਾ ਮੈਂ v0 ਦੀ ਜਗ੍ਹਾ vm sin omega t ਲਿਖ ਦਿੱਤਾ ਨਾਲ ਕੀ ਹੈ d omega t ਇਹਦੀ ਡੈਰੀਵੇਸ਼ਨ ਹੈ d omega t ਪਲੱਸ ਪਾਈ ਤੋਂ 2 ਪਾਈ ਜਦੋਂ ਨੈਕਸਟ ਜਿਹੜਾ ਪਾਈ ਤੋਂ 2 ਪਾਈ ਤੋਂ 2 ਪਾਈ ਇਹ ਵਾਲਾ ਪਾਈ ਤੋਂ 2 ਪਾਈ ਆ ਜਿਹੜਾ ਟਾਈਮ ਚੱਲਦਾ ਇਸ ਟਾਈਮ ਦੇ ਦੌਰਾਨ ਵੋਲਟੇਜ ਸਾਡੇ ਕੋਲ ਆਉਟਪੁੱਟ ਕਿੰਨੇ ਆਉਂਦੇ 0 ਆ ਰਹੇ ਆ ਪਿੱਛੇ ਐਕਸਪਲੇਨ ਵੀ ਕੀਤਾ ਇੱਥੇ ਹੁਣੇ ਇਹ ਵਾਲਾ 0 ਤੋਂ ਇੱਥੇ ਸਾਡੇ ਕੋਲ ਕੀ ਆ ਰਹੇ ਆ
0 ਆ ਰਹੇ ਆ, ਇੱਥੇ ਕੀ ਆ ਰਿਹਾ ਸਾਡੇ ਕੋਲ 0 ਆ ਰਿਹਾ। ਦੇਖੋ V ਆਊਟਪੁੱਟ ਵੋਲਟੇਜ ਸਾਡੇ ਕੋਲ 0 ਆ ਰਹੇ ਆ। ਜਦੋਂ 0 ਆ ਰਹੇ ਆ ਤਾਂ ਫਿਰ ਕੀ ਹੋਇਆ ਕਿ ਇੱਥੇ ਕੀ ਕਰ ਦੇਣਾ, ਇੱਥੇ ਅਸੀਂ 0 ਪੁੱਟ ਕਰ ਦਾਂਗੇ, V0 ਦੀ ਵੈਲਿਊ ਇੱਥੇ 0 ਪੁੱਟ ਕਰ ਦਾਂਗੇ ਇਨਟੂ d ਓਮੇਗਾ t। ਇਹਨੇ 0 ਹੋ ਜਾਣਾ ਸਾਰਾ ਹੀ, ਤੇ 0 ਦੀ ਜਦੋਂ ਇੰਟੀਗ੍ਰੇਸ਼ਨ ਕਰਾਂਗੇ ਤੇ ਉਹ ਸਾਡੇ ਕੋਲ ਓਨਲੀ ਸਾਡੇ ਕੋਲ ਕੁਝ ਨਹੀਂ ਹੈਗਾ, 0 ਹੀ ਰਹਿ ਜਾਏਗਾ। ਸੋ ਸਾਡੇ ਕੋਲ ਇੱਕ ਇਹ ਵਾਲੀ ਓਨਲੀ ਵੈਲਿਊ ਰਹਿ ਗਈ ਇੱਥੋਂ ਤੱਕ। ਹੁਣ 1/2 ਪਾਈ 0 to ਪਾਈ Vm sin omega t dt, ਇਹ ਵਾਲੀ ਵੈਲਿਊ ਰਹਿ ਗਈ ਓਨਲੀ। ਨੈਕਸਟ ਕੀ ਕਰਾਂਗੇ, ਨੈਕਸਟ ਅਸੀਂ Vm ਨੂੰ ਵੀ ਅਸੀਂ ਬਾਹਰ ਲੈ ਲੈਨੇ ਆ, Vm/2 ਪਾਈ ਕਰ ਲੈਨੇ ਆ, Vm/2 ਪਾਈ ਕਰ ਲੈਨੇ ਆ। ਹੁਣ ਇੱਥੋਂ Vm ਵੀ ਅਸੀਂ ਬਾਹਰ ਲੈ ਲਿਆ, Vm/2 ਪਾਈ, ਤੇ ਇੱਥੇ ਕੀ ਰਹਿ ਗਿਆ ਸਾਡੇ ਕੋਲ sin omega t d omega t। ਜਦੋਂ ਇਹਨੂੰ ਅਸੀਂ ਸਿੰਪਲੀਫਾਈ ਕਰਾਂਗੇ ਤੇ Vm/2 ਪਾਈ ਆ ਗਿਆ ਸਾਡੇ ਕੋਲ ਬਾਹਰ। ਦੇਖੋ ਨੈਕਸਟ Vm/2 ਪਾਈ ਆ ਗਿਆ ਇਹ ਵਾਲਾ, ਤੇ ਇਹਦੀ ਜਦੋਂ ਅਸੀਂ ਇੰਟੀਗ੍ਰੇਸ਼ਨ ਕਰਾਂਗੇ, ਇਹਦੀ ਜਦੋਂ ਅਸੀਂ ਇੰਟੀਗ੍ਰੇਸ਼ਨ ਕਰਾਂਗੇ Vm sin omega t dt, ਇਹ ਕੀ ਹੋ ਜਾਏਗਾ, ਸਾइन ਦਾ ਕੀ ਹੋ ਜਾਣਾ ਹੁੰਦਾ ਇੰਟੀਗ੍ਰੇਸ਼ਨ, ਜੇ ਮੈਥਮੈਟਿਕਲੀ ਥੋੜੀ ਕੁਐਸਚਨਸ ਹੈ ਇੰਟੀਗ੍ਰੇਸ਼ਨ ਦਾ, ਤੇ ਸਾइन ਦਾ ਕੀ ਹੋ ਜਾਂਦਾ ਹੁੰਦਾ ਜਦੋਂ ਇੰਟੀਗ੍ਰੇਸ਼ਨ ਕਰਾਂਗੇ, ਮਾਈਨਸ cos ਆ ਜਾਏਗਾ, ਤੇ ਨਾਲ 0 to ਪਾਈ ਮਾਈਨਸ cos ਆ ਜਾਏਗਾ। ਇਹਦੀ ਇੰਟੀਗ੍ਰੇਸ਼ਨ ਜਦੋਂ ਅਸੀਂ ਕਰਾਂਗੇ ਤੇ ਮਾਈਨਸ cos ਆ ਜਾਏਗਾ, ਔਰ ਇਹਦੀਆਂ ਲਿਮਿਟਸ ਜਿਹੜੀਆਂ ਆ ਜਾਣੀਆਂ ਉਹ ਕੀ ਆ ਜਾਣੀਆਂ 0 to ਪਾਈ। ਅੱਗੇ ਸਿੰਪਲੀਫਾਈ ਕਰਾਂਗੇ ਕਿ ਮਾਈਨਸ cos ਪਾਈ, ਇਹਨੂੰ ਲਿਖਾਂਗੇ ਮਾਈਨਸ cos ਪਾਈ। ਜਦੋਂ ਲਿਮਿਟਸ ਆ ਜਾਂਦੀ ਹੈ ਤੇ ਇਹਨੂੰ ਅੱਗੇ ਕਰਦੇ ਆ, ਇਹਨੂੰ ਫਿਰ ਫਾਰਮੂਲਾ ਹੈਗਾ ਲਿਮਿਟਸ ਦਾ ਕਿ ਮਾਈਨਸ cos ਪਾਈ, ਮਾਈਨਸ ਜੋ ਹੈਗਾ ਦੂਜੀ ਲਿਮਿਟ, ਪਹਿਲੇ ਅਪਰ ਲਿਮਿਟ ਲੈ ਲਈ, ਫਿਰ ਮਾਈਨਸ ਹੀ ਕਰਦੇ ਆ ਲੋਅਰ ਲਿਮਿਟ ਸਾਡੀ ਕੀ ਹੈਗੀ 0। ਮਾਈਨਸ ਕੀ ਕਰਾਂਗੇ, ਮਾਈਨਸ ਕਰਾਂਗੇ, ਫਿਰ ਅੱਗੇ ਮਾਈਨਸ cos 0, ਤੇ ਨਾਲ ਕੀ ਲਿਖਣਾ ਇੱਥੇ 0। ਇਹ ਲਿਮਿਟਸ ਨਾਲ ਕਰ ਦਿੰਦੇ ਆ ਦੁਬਾਰਾ ਕਿ ਮਾਈਨਸ cos ਆ ਗਿਆ ਇੱਕ ਵਾਰੀ ਪਾਈ, ਮਾਈਨਸ cos ਪਾਈ, ਅੱਗੇ ਫਿਰ ਕੀ ਆਣਾ ਮਾਈਨਸ cos 0, ਪਰ ਮਾਈਨਸ ਪਹਿਲਾਂ ਮਾਈਨਸ ਦੇ ਫਾਰਮੂਲੇ ਦੇ ਅਕੋਰਡਿੰਗ ਆਣਾ, ਤੇ ਇੱਕ ਮਾਈਨਸ ਆਲਰੇਡੀ ਇੱਥੇ ਹੈਗਾ। ਹੁਣ ਮਾਈਨਸ cos ਪਾਈ ਦੀ ਵੈਲਿਊ, ਜਿਹੜੀ cos ਪਾਈ ਦੀ ਵੈਲਿਊ ਹੁੰਦੀ ਹੈ ਉਹ -1 ਹੁੰਦੀ ਹੈ। cos ਪਾਈ ਦੀ ਜਿਹੜੀ ਵੈਲਿਊ ਹੈ ਉਹ ਹੁੰਦੀ -1, ਤੇ ਇੱਥੇ ਸਾਡੇ ਕੋਲ ਆਲਰੇਡੀ ਮਾਈਨਸ ਹੈਗਾ, ਮਾਈਨਸ ਤੇ ਮਾਈਨਸ ਕੀ ਹੋ ਗਏ ਸਾਡੇ ਕੋਲ ਪਲੱਸ ਹੋ ਗਏ। ਇਸੇ ਤਰ੍ਹਾਂ ਹੀ ਜਿਹੜੀ cos 0 ਦੀ ਵੈਲਿਊ ਹੈ, cos 0 ਟ੍ਰਿਗਨੋਮੈਟਰੀ ਚ ਵੀ ਮੈਂ ਕਰਵਾਇਆ ਸੀਗਾ ਪਿੱਛੇ, ਟ੍ਰਿਗਨੋਮੈਟਰੀ ਚ ਕਰਵਾਇਆ ਸੀ, cos 0 ਦੀ ਵੈਲਿਊ ਜਿਹੜੀ ਉਹ 1 ਹੁੰਦੀ ਹੈ, cos 0 1 ਹੁੰਦਾ, ਤੇ ਨਾਲ ਮਾਈਨਸ ਹੈ, ਇਹ ਮਾਈਨਸ ਕੀ ਹੋ ਗਿਆ ਸਾਡੇ ਕੋਲ ਪਲੱਸ ਹੋ ਗਏ, ਤੇ 1 + 1 2 ਹੋ ਗਿਆ। ਇਹ ਵਾਲਾ 2 ਜਿਹੜਾ ਉਹ ਇਹਦੇ ਨਾਲ 2 ਨਾਲ ਕੈਂਸਲ ਹੋ ਜਾਂਦਾ, ਤੇ Vm/ਪਾਈ ਆ ਜਾਂਦਾ। Vm/ਪਾਈ, ਪਾਈ ਦੀ ਵੈਲਿਊ ਸਾਨੂੰ ਪਤਾ ਕਿ 3.14 ਹੁੰਦੀ ਹੈ, ਪਾਈ ਦੀ ਵੈਲਿਊ 3.14 ਹੁੰਦੀ ਹੈ। ਜਦੋਂ ਇਹ ਆ ਗਿਆ Vm/ਪਾਈ, Vm/ਪਾਈ ਦੀ ਵੈਲਿਊ ਅਸੀਂ 3.14 ਕੀਤੀ, ਇਹਦਾ ਮਤਲਬ 1 ਇੱਥੇ ਕੀ ਹੈਗਾ ਨਾਲ 1 ਵੀ ਹੈਗਾ, 1/3.14। ਜਦੋਂ 1 ਨੂੰ 3.14 ਨਾਲ ਡਿਵਾਈਡ ਕਰਾਂਗੇ ਤੇ ਸਾਡੇ ਕੋਲ ਕੀ ਆ ਜਾਏਗਾ, ਵੈਲਿਊ ਆ ਜਾਏਗੀ ਇਹ ਵਾਲੀ ਡੈਸੀਮਲ 318 Vm। ਇਹਦਾ ਮਤਲਬ DC ਆਊਟਪੁੱਟ ਜਿਹੜੀ ਵੋਲਟੇਜ ਉਹ ਕਿੰਨੀ ਆ ਜਾਂਦੀ ਹੈ 0.318 Vm। ਮਤਲਬ ਜਿੰਨੀ ਮੈਕਸਿਮਮ ਵੋਲਟੇਜ ਸੀਗੀ ਉਹਨੂੰ ਮਲਟੀਪਲਾਈ ਕਰ ਦਾਂਗੇ, ਉਹਦਾ ਕਿੰਨੇ ਆ ਜਾਂਦਾ, ਉਹਦੇ ਕਿੰਨੇ ਟਾਈਮਸ ਆ ਜਾਂਦੀ ਹੈ 0.318 ਟਾਈਮਸ ਉਹਦੀ DC ਆਊਟਪੁੱਟ ਵੋਲਟੇਜ ਹੁੰਦੀ ਹੈ। ਸੇਮ ਵੇ ਨਾਲ ਹੀ ਅਸੀਂ DC ਕਰੰਟ ਜਿਹੜਾ ਇਹਦਾ ਫਾਈਂਡ ਆਊਟ ਕਰ ਸਕਦੇ ਹਾਂ। ਅੱਗੇ ਇਹਦੀ ਐਫੀਸ਼ੀਐਂਸੀ ਦੱਸਣਾ ਚਾਹੁੰਦਾ ਕਿ ਐਫੀਸ਼ੀਐਂਸੀ ਇਹਦੀ ਜਿਹੜੀ ਆ, ਕਿਉਂਕਿ ਹਾਫ ਵੇਵ ਰੈਕਟੀਫਾਇਰ ਆ, ਤੇ ਓਨਲੀ ਹਾਫ ਵੇਵ ਰੈਕਟੀਫਾਇਰ ਦੇ ਅਕੋਰਡਿੰਗ ਕੀ ਹੁੰਦਾ, ਹਾਫ ਵੇਵ ਰੈਕਟੀਫਾਇਰ ਦੇ ਅਕੋਰਡਿੰਗ ਇੱਕੋ ਸਾਈਕਲ ਦੇ ਦੌਰਾਨ ਇਹਨੇ ਕੰਮ ਕਰਨਾ, ਇੱਕ ਸਾਈਕਲ ਦੇ ਦੌਰਾਨ ਦੂਜੇ ਸਾਈਕਲ ਦੇ ਦੌਰਾਨ ਇਹਨੇ ਕੰਮ ਨਹੀਂ ਕਰਨਾ। ਇਹਦਾ ਮਤਲਬ 50% ਤਾਂ ਆਲਰੇਡੀ ਇਹਦੇ ਵਿੱਚ ਜਿਹੜੀ ਐਫੀਸ਼ੀਐਂਸੀ ਇਹਦੀ ਘਟ ਜਾਂਦੀ ਆ। ਇਹਦਾ ਮਤਲਬ ਇਹਦੀ ਜਿਹੜੀ ਐਫੀਸ਼ੀਐਂਸੀ ਆ ਉਹ 50% ਤੋਂ ਘੱਟ ਹੀ ਮਿਲੇਗੀ ਸਾਨੂੰ, ਕਿਉਂਕਿ ਇੱਕੋ ਸਾਈਕਲ ਦੇ ਵਿੱਚ ਹੀ ਜਿਹੜਾ ਇਹ ਜਿਹੜੀ ਇਹਦੀ ਆਊਟਪੁੱਟ ਹੋਣੀ ਆ। ਸੋ ਇਹਦੀ ਜਿਹੜੀ ਰੈਕਟੀਫਾਇਰ ਦੀ ਮੈਕਸਿਮਮ ਐਫੀਸ਼ੀਐਂਸੀ ਆ ਉਹ 40.6 ਹੈਗੀ ਆ। ਉਹਨੂੰ ਜੇ ਅਸੀਂ ਐਕਸਪਲੇਨ ਕਰਨਾ ਹੈ ਤਾਂ ਇਸ ਤਰ੍ਹਾਂ, ਐਫੀਸ਼ੀਐਂਸੀ ਦਾ ਫਾਰਮੂਲਾ ਕੀ ਹੁੰਦਾ,
ਇਹਦਾ ਫਾਰਮੂਲਾ ਹੁੰਦਾ ਕਿ ਇਟ ਇਜ਼ ਦਾ ਰੇਸ਼ੋ ਬਿਟਵੀਨ ਦਾ DC ਆਊਟਪੁੱਟ ਪਾਵਰ ਟੂ ਦਾ AC ਇਨਪੁੱਟ ਪਾਵਰ। ਮੀਨਸ ਕੀ ਹੁੰਦਾ ਕਿ ਜਿੰਨੀ ਸਾਡੇ ਕੋਲ ਇਹਦਾ ਆਊਟਪੁੱਟ DC ਪਾਵਰ ਆਊਟਪੁੱਟ ਓਵਰ AC ਪਾਵਰ ਆਊਟਪੁੱਟ। ਦੇਖੋ ਆਊਟਪੁੱਟ ਚ ਜਿੰਨੀ ਸਾਡੇ ਕੋਲ DC ਆਊਟਪੁੱਟ ਸੀਗੀ ਓਵਰ AC ਪਾਵਰ, DC ਪਾਵਰ ਓਵਰ AC ਪਾਵਰ। ਦੇਖੋ ਇੱਕ ਮਿੰਟ, ਹੁਣ ਜਦੋਂ ਅਸੀਂ ਇਹਨੂੰ ਥੋੜਾ ਐਕਸਪਲੇਨ ਕਰਦੇ ਹਾਂ ਤਾਂ ਐਕਸਪਲੇਨ ਕਰਨ ਲਈ ਕੀ ਕਰਾਂਗੇ ਕਿ ਆਊਟਪੁੱਟ ਪਾਵਰ ਕੀ ਹੋਗੀ, ਜਿਹੜੀ ਇਹਨੂੰ ਅਸੀਂ ਈਟਾ ਨਾਲ, ਆ ਈਟਾ ਦਾ ਸਾਈਨ ਹੈਗਾ, ਈਟਾ ਨਾਲ ਡੀਨੋਟ ਕਰ ਦਿੰਦੇ ਆ ਕਿ ਇਹ ਆ ਗਈ ਸਾਡੇ ਕੋਲ I ਨਾਲ DC ਪਾਵਰ ਓਵਰ AC ਪਾਵਰ। ਤੇ ਅਸੀਂ ਹੁਣ DC ਪਾਵਰ ਨੂੰ ਫਾਈਂਡ ਆਊਟ ਕਰ ਲਈਏ। DC ਪਾਵਰ, ਪਾਵਰ ਸਾਨੂੰ ਪਤਾ ਕਿ ਪਾਵਰ ਦਾ ਫਾਰਮੂਲਾ ਹੁੰਦਾ I ਸਕੁਅਰ ਇੰਟੂ R, I ਸਕੁਅਰ ਇੰਟੂ R। ਤੇ ਜੇ DC ਹੈ ਤੇ I ਸਕੁਅਰ ਇੰਟੂ ਨਾਲ ਕੀ ਆ ਜਾਏਗਾ DC, ਤੇ RL ਕੀ ਹੈ ਸਾਡਾ ਲੋਡ ਰੈਜ਼ਿਸਟੈਂਸ ਹੈ, I ਇੰਟੂ R ਆ ਗਿਆ। ਸੋ ਇਹਦੇ ਵਿੱਚ IR ਦੀ ਵੈਲਿਊ ਜਿਹੜੀ ਸਾਨੂੰ ਪਤਾ IDC ਜਿਹੜਾ ਉਹ ਹੁੰਦਾ IM ਓਵਰ ਪਾਈ। IDC ਜਿਹੜਾ DC ਕਰੰਟ ਜਿਹੜਾ ਹੁੰਦਾ ਉਹ IM ਅਪੋਨ ਪਾਈ ਹੁੰਦਾ। ਸੋ IDC ਦੀ ਜਗ੍ਹਾ ਤੇ ਅਸੀਂ IM ਅਪੋਨ ਪਾਈ ਕਰਾਂਗੇ, ਕਿਉਂਕਿ ਸਕੁਅਰ ਹੈਗਾ ਇਸ ਲਈ ਇਹਦੇ ਤੇ ਵੀ ਸਕੁਅਰ ਆ ਜਾਏਗਾ, ਇੱਥੇ ਵੀ ਸਕੁਅਰ ਆ ਜਾਏਗਾ, ਇੰਟੂ RL। ਸੋ AC ਪਾਵਰ ਜਦੋਂ ਅਸੀਂ ਇਹਦੀ ਫਾਈਂਡ ਆਊਟ ਕਰਾਂਗੇ, AC ਆਊਟਪੁੱਟ ਜਿਹੜੀ ਉਹ ਆ ਜਾਣੀ ਆ I ਸਕੁਅਰ RMS ਇੰਟੂ RL ਪਲੱਸ RF। RF ਨਾਲ ਕੀ ਹੈਗਾ, ਇਹਦੀ ਫਾਰਵਰਡ ਰੈਜ਼ਿਸਟੈਂਸ ਹੈਗੀ ਆ, ਫਾਰਵਰਡ ਰੈਜ਼ਿਸਟੈਂਸ ਹੈਗੀ ਹੈ, ਤੇ RL ਸਾਡੀ ਲੋਡ ਰੈਜ਼ਿਸਟੈਂਸ ਆ। ਇਹ ਆਏਗਾ I ਇੰਟੂ R, ਕਿਉਂਕਿ AC ਦੇ ਵਿੱਚ ਨਾਲ RMS ਦੀ ਗੱਲ ਹੋਣੀ ਆ। RMS ਕੀ ਹੈਗਾ, RMS ਦੇਖੋ ਵੋਲਟੇਜ ਜਿਹੜੇ ਆ ਚੇਂਜ ਹੁੰਦੇ ਆ, AC ਦੇ ਵਿੱਚ ਇੱਕ ਵੋਲਟੇਜ ਜਿਹੜੇ ਆ ਚੇਂਜ ਹੁੰਦੇ ਰਹਿੰਦੇ ਆ। ਇਹਦਾ ਮਤਲਬ ਰੂਟ ਮੀਨ ਸਕੁਅਰ ਵੈਲਿਊ ਹੁੰਦੀ ਹੈ। ਇਹਦੇ ਤੋਂ ਅਸੀਂ ਦੇਖੋ ਵੋਲਟੇਜ ਚੇਂਜ ਹੁੰਦੇ ਰਹਿੰਦੇ ਹਰ ਇੱਕ ਟਾਈਮ ਦੇ ਹਿਸਾਬ ਨਾਲ, ਟਾਈਮ ਦੇ ਚੇਂਜਿੰਗ ਦੇ ਨਾਲ ਵੋਲਟੇਜ ਵੀ ਚੇਂਜ ਹੁੰਦੇ ਜਾਂਦੇ ਆ। ਜਦੋਂ ਵੋਲਟੇਜ ਚੇਂਜ ਹੁੰਦੇ ਜਾਂਦੇ ਆ ਅਸੀਂ ਕੰਸੀਡਰ ਹੀ ਨਹੀਂ ਕਰ ਪਾਉਂਦੇ ਕਿ ਅਸੀਂ ਕਿਹੜੀ ਵੈਲਿਊ ਜਿਹੜੀ ਆ ਉਹ ਸਾਡੇ ਕੋਲ ਆ ਰਹੀ ਹੈ। ਸੋ ਅਸੀਂ ਇੱਕ ਇਹਨਾਂ ਦੇ ਵਿੱਚੋਂ ਇੱਕ ਕੋਈ ਵੀ ਵੈਲਿਊ ਲੈ ਕੇ ਚੱਲ ਪੈਂਦੇ ਆ, ਇੱਕ ਵੈਲਿਊ ਅਸੀਂ ਕੰਸੀਡਰ ਕਰਕੇ ਚੱਲ ਪੈਂਦੇ ਆ। ਇਹਨਾਂ ਦੇ ਵਿੱਚੋਂ ਜਿਹੜੀ ਵੈਲਿਊ ਕੋਈ ਇੱਕ ਵੈਲਿਊ ਲੈ ਲੈਂਦੇ ਆ, ਉਸ ਵੈਲਿਊ ਨੂੰ ਅਸੀਂ ਉਸ ਵੈਲਿਊ ਨੂੰ ਜਾਂ ਉਸ ਨੂੰ ਅਸੀਂ ਕੀ ਕਹਿ ਦਿੰਦੇ ਆ ਕਿ ਉਹ ਸਾਡਾ ਕੀ ਹੈਗਾ RMS ਵੈਲਿਊ ਹੈਗੀ ਆ। RMS ਦਾ ਮਤਲਬ ਹੁੰਦਾ ਰੂਟ ਮੀਨ ਸਕੁਅਰ ਵੈਲਿਊ। ਸੋ AC ਦੇ ਵਿੱਚ ਸਾਡੇ ਕੋਲ ਰੂਟ ਮੀਨ ਸਕੁਅਰ ਨਾਲ RMS ਵੈਲਿਊ ਆਏਗੀ। ਸੋ ਇਹਨੂੰ RMS ਨਾਲ ਡਿਨੋਟ ਕੀਤਾ ਇੰਟੂ RL ਪਲੱਸ ਕੀ ਆ ਜਾਣਾ RF। ਸੋ ਅੱਗੇ ਜਦੋਂ ਇਹਨੂੰ ਥੋੜਾ ਐਕਸਪਲੇਨ ਕਰਾਂਗੇ ਤੇ ਇਹ ਆ ਜਾਏਗਾ I ਸਕੁਅਰ ਓਵਰ 4, ਕਿਉਂਕਿ I ਜਿਹੜਾ I ਹੈ, I ਜਿਹੜੀ ਆ ਉਹ ਕਿਹਦੇ ਇਕੁਅਲ ਹੈ, I ਸਕੁਅਰ ਓਵਰ ਕੀ ਆ ਜਾਏਗਾ 4। 4 ਦੇਖੋ ਇਹ ਹੈਗਾ I ਓਵਰ 2, ਇਹ ਹੈਗਾ I ਓਵਰ 2। ਜਦੋਂ I ਓਵਰ 2 ਹੈ ਤਾਂ ਇਹ ਆ ਜਾਏਗਾ ਸਾਡੇ ਕੋਲ I ਸਕੁਅਰ ਓਵਰ 2 ਦਾ ਸਕੁਅਰ ਆ ਜਾਏਗਾ 4 ਇੰਟੂ RL ਪਲੱਸ RF। ਹੁਣ ਇਹਦੀ ਐਫੀਸ਼ੀਐਂਸੀ ਜਿਹੜੀ ਪਤਾ ਕਰਾਂਗੇ, ਐਫੀਸ਼ੀਐਂਸੀ ਤਾਂ ਪਰਸੈਂਟੇਜ ਚ ਪਤਾ ਕਰਨੀ। ਫਿਲਹਾਲ ਅਸੀਂ ਐਫੀਸ਼ੀਐਂਸੀ ਪਤਾ ਕਰਾਂਗੇ ਕਿ ਆ ਜਿਹੜੇ DC ਆ ਪਾਵਰ ਓਵਰ AC ਪਾਵਰ। ਹੁਣ DC ਸਾਡੇ ਕੋਲ ਪਾਵਰ ਕਿੰਨੀ ਆਈ ਸੀਗੀ, ਇਹ ਵਾਲੀ DC ਪਾਵਰ ਇਹ ਵਾਲੀ ਆਈ ਹੈ, ਉਹ ਅਸੀਂ R ਲਿਖ ਦਿੱਤੀ, ਮਲਟੀਪਲਾਈ ਬਾਏ AC ਪਾਵਰ ਕਿੰਨੀ ਆਈ, ਇਹਦੇ ਡਿਵਾਈਡ ਹੈ। ਜਦੋਂ ਡਿਵਾਈਡ ਹੋ ਜਾਏਗਾ ਤੇ ਓਵਰ ਚ ਆ ਜਾਣਾ, ਓਵਰ ਚ ਹੋਣਾ ਤੇ ਇਹਨੇ ਬਾਅਦ ਵਿੱਚ ਰੈਸੀਪ੍ਰੋਕਲ ਚ ਚਲ ਜਾਣਾ। ਸਾਡੇ ਕੋਲ ਇਹ ਜਿਹੜਾ 4 ਹੈ ਇਹ ਉੱਪਰ ਚਲਾ ਜਾਏਗਾ, ਬਾਕੀ ਜਿਹੜੀ ਆ ਸਾਰੀ ਵੈਲਿਊ ਆ ਇਹ ਨੀਚੇ ਆ ਜਾਏਗੀ। ਤੇ ਹੁਣ ਜਦੋਂ ਇਹਨੂੰ ਅਸੀਂ ਥੋੜਾ ਸਿੰਪਲੀਫਾਈ ਕਰਾਂਗੇ ਤੇ ਇਹ ਵਾਲਾ ਮਲਟੀਪਲਾਈ ਦੇ ਵਿੱਚ ਕੈਂਸਲ ਹੋ ਜਾਏਗਾ, ਇਹ ਵਾਲਾ ਕੈਂਸਲ ਹੋ ਜਾਏਗਾ। ਸਾਡੇ ਕੋਲ ਕੀ ਆ ਜਾਏਗਾ 4 ਆ ਜਾਏਗਾ, ਤੇ 4 ਆ ਜਾਏਗਾ ਸਾਡੇ ਕੋਲ, ਤੇ RL ਦੇ ਨਾਲ ਦਾ ਸਾਡੀ ਜਿਹੜੀ ਵੈਲਿਊ ਹੈ ਇਹ ਜਿਹੜੀ ਕੈਂਸਲ ਹੋ ਗਈ ਸਾਡੀ। ਸਾਡੇ ਕੋਲ 4 ਆ ਜਾਏਗਾ, 4 ਓਵਰ ਨਾਲ ਪਾਈ ਸਕੁਅਰ ਆ ਜਾਏਗਾ। ਬ੍ਰੈਕਟਸ ਦੇ ਵਿੱਚ ਕੀ ਸਾਡੇ ਕੋਲ ਬਾਕੀ ਰਹਿ ਗਿਆ, ਇੱਕ RL ਦੀ ਵੈਲਿਊ ਰਹਿ ਜਾਣੀ ਹੈ, ਇਹ ਵਾਲਾ ਕੈਂਸਲ ਹੋਏਗਾ, ਇਹ ਵਾਲੇ RL ਓਵਰ RL ਪਲੱਸ RF। ਹੁਣ ਸਾਰੀ ਇਕੁਏਸ਼ਨ ਨੂੰ ਅਸੀਂ ਕੀ ਕਰਾਂਗੇ, ਇਹ ਸਾਡੇ ਕੋਲ ਆ ਗਿਆ 4 ਓਵਰ ਪਾਈ R ਸਕੁਅਰ। ਹੁਣ ਸਾਰੀ ਇਕੁਏਸ਼ਨ ਨੂੰ ਅਸੀਂ RL ਨਾਲ ਡਿਵਾਈਡ ਕਰ ਦਾਂਗੇ, ਇੱਧਰ ਸਾਰੀ ਇਕੁਏਸ਼ਨ ਨੂੰ RL ਨਾਲ ਡਿਵਾਈਡ ਕਰ ਦਾਂਗੇ, ਇਹਨੂੰ ਵੀ RL ਨਾਲ ਡਿਵਾਈਡ ਕਰਾਂਗੇ, ਇਹਨੂੰ ਵੀ RL ਨਾਲ ਡਿਵਾਈਡ ਕਰਾਂਗੇ, ਔਰ ਇਹਨੂੰ ਵੀ RL ਨਾਲ ਡਿਵਾਈਡ ਕਰਾਂਗੇ। ਜਦੋਂ ਅਸੀਂ ਡਿਵਾਈਡ ਕਰਦੇ ਹਾਂ ਤਾਂ ਸਾਰੇ ਨਾਲ ਡਿਵਾਈਡ ਕਰਨਾ ਪੈਂਦਾ। ਜਦੋਂ ਅਸੀਂ RL ਓਵਰ RL ਕਰਾਂਗੇ ਤੇ 1 ਆ ਜਾਏਗਾ,
फिर RL ओवर RL करांगे तो 1 आ जाएगा, भी 1 आ गया, प्लस एक आ जाएगा RF ओवर RL, RF ओवर RL। ਹੁਣ ਜਦੋਂ 4 ਓਵਰ ਪਾਈ ਸਕੁਅਰ, ਪਾਈ ਦੀ ਵੈਲਿਊ 3.14 ਹੈ ਤੇ ਇਹਦਾ ਸਕੁਅਰ ਕਰਾਂਗੇ ਤੇ ਜਦੋਂ 4 ਓਵਰ 3.14 ਸਕੁਅਰ ਦਾ ਸਕੁਅਰ ਕਰਕੇ ਦੀ ਵੈਲਿਊ ਫਾਈਂਡ ਆਊਟ ਕਰਾਂਗੇ ਤੇ ਸਾਡੇ ਕੋਲ ਇਹ ਵਾਲੀ ਆ ਜਾਣੀ ਹੈ, ਇਹ ਵਾਲੀ ਆ ਜਾਏਗੀ, ਤੇ ਨਾਲ ਕੀ ਆਏਗਾ ਸਾਡੇ ਕੋਲ ਇਹ ਵਾਲੀ ਵੈਲਿਊ 1 ਪਲੱਸ RF ਓਵਰ RL, ਇਹ ਵਾਲੀ ਆ ਜਾਏਗੀ। ਸੋ ਸਾਡੇ ਕੋਲ ਪਰਸੈਂਟੇਜ ਲਿਆਉਣ ਲਈ, ਪਰਸੈਂਟੇਜ ਚ ਕਿਉਂਕਿ ਐਫੀਸ਼ੀਐਂਸੀ ਹੁੰਦੀ ਪਰਸੈਂਟੇਜ ਚ, ਸੋ ਇਹਨੂੰ 100 ਨਾਲ ਕੀ ਕਰਾਂਗੇ, ਮਲਟੀਪਲਾਈ ਕਰ ਦਾਂਗੇ। ਪਰਸੈਂਟੇਜ ਚ ਲਿਆਉਣ ਲਈ ਪਰਸੈਂਟੇਜ ਨੂੰ ਅਸੀਂ 100 ਨਾਲ ਮਲਟੀਪਲਾਈ ਕਰ ਦਿੰਦੇ ਹਾਂ। ਜਦੋਂ 100 ਨਾਲ ਮਲਟੀਪਲਾਈ ਕਰਾਂਗੇ ਤੇ 2 ਜ਼ੀਰੋਜ਼ ਹੈਗੇ ਆ ਤੇ ਡੈਸੀਮਲ ਹੈ, ਤੇ 2 ਜਿਹੜਾ ਡੈਸੀਮਲ ਜਿਹੜਾ ਇਹ 2 ਪੁਆਇੰਟ ਜਿਹੜੇ ਆ 2 ਡਿਜਿਟ ਛੱਡ ਕੇ ਇੱਧਰ ਨੂੰ ਮੂਵ ਕਰ ਜਾਏਗਾ, ਇਹ ਆ ਜਾਏਗਾ 40.6 ਆ ਜਾਏਗੀ। ਓਵਰ ਕੀ ਨਾਲ ਆ ਰਿਹਾ 1 ਪਲੱਸ RF ਓਵਰ RL। ਤਾਂ ਅਸੀਂ ਮੰਨ ਲੈਂਦੇ ਹਾਂ ਕਿ RF ਓਵਰ RL ਦੀ ਵੈਲਿਊ ਜਿਹੜੀ ਆ ਉਹ ਮੰਨ ਲੈਂਦੇ ਆ ਇੱਕ ਰੈਕਟੀਫਾਇਰ ਸਰਕਟਸ ਦੇ ਲਈ ਕੀ ਹੈਗੀ ਆ, ਮੰਨ ਲੈਂਦੇ ਆ 0 ਹੈਗੀ ਆ। RF ਓਵਰ RL ਜਿਹੜਾ ਉਹ ਮੰਨ ਲਓ ਅਸੀਂ ਨਿਗਲੀਜੀਬਲ ਲੈ ਕੇ ਚੱਲਦੇ ਹਾਂ ਕਿ ਜਿਹੜੀ ਫਾਰਵਰਡ ਰੈਜ਼ਿਸਟੈਂਸ ਹੈ ਉਹ ਕੀ ਹੈਗੀ ਸਾਡੀ, ਮੰਨ ਲੈਂਦੇ ਆ ਕਿ 0 ਹੈਗੀ ਆ। ਸੋ ਜੇ 0 ਹੈਗੀ ਆ ਤਾਂ ਸਾਰਾ ਹੀ 0 ਹੋ ਗਿਆ। ਜਦੋਂ 0 ਹੋ ਗਿਆ ਤੇ 1 ਪਲੱਸ 0 ਕੀ ਹੋ ਗਿਆ, ਇੱਥੇ 1 ਆ ਜਾਏਗਾ ਤੇ 40.6 ਓਵਰ 1 ਮੀਨਸ ਕੀ ਰਹਿ ਗਿਆ ਸਾਡੇ ਕੋਲ 40.6 ਆਇਆ। ਇਹਦਾ ਮਤਲਬ ਜਿਹੜੀ ਸਾਡੀ ਐਫੀਸ਼ੀਐਂਸੀ ਹੈ 40.6 ਹੋ ਗਈ। ਸੋ ਅੱਗੇ ਹੈਗਾ ਰਿਪਲ ਫੈਕਟਰ। ਇਹਦਾ ਮਤਲਬ ਕੀ ਹੈ, ਐਫੀਸ਼ੀਐਂਸੀ ਜਿਹੜੀ ਸੀਗੀ ਉਹ 40.6 ਸਾਡੇ ਕੋਲ ਆਈ ਹੈ ਕਿਉਂਕਿ 59.4% ਜਿਹੜੀ ਉਹ ਲੋਸਟ ਹੋ ਰਹੀ ਹੈ। ਕਿਉਂ ਲੋਸਟ ਹੋ ਗਈ, ਕਿਉਂਕਿ 50% ਤਾਂ ਆਲਰੇਡੀ ਲੋਸਟ ਹੋ ਗਈ, ਕਿਉਂਕਿ ਇੱਕ ਜਿਹੜਾ ਨੈਗੇਟਿਵ ਹਾਫ ਸਾਈਕਲ ਸੀਗਾ ਉਹਦੇ ਦੌਰਾਨ ਹੀ ਲੋਸਟ ਹੋ ਗਈ, ਤੇ ਸਾਡੇ ਕੋਲ ਜਿਹੜੀ 50% ਬਾਕੀ ਬਚੀ ਸੀਗੀ ਉਹਦੇ ਵਿੱਚੋਂ ਵੀ ਸਾਡੇ ਕੋਲ ਕਿੰਨੀ 9.4 ਜਿਹੜੀ ਆ ਉਹ ਹੋਰ ਲੋਸਟ ਹੋ ਰਹੀ ਹੈ। ਓਨਲੀ ਸਾਡੇ ਕੋਲ 40.6% ਜਿਹੜੀ ਐਫੀਸ਼ੀਐਂਸੀ ਆ ਰਹੀ ਹੈ। ਔਰ ਇੱਕ ਇਹਦਾ ਰਿਪਲ ਫੈਕਟਰ ਹੈਗਾ 1.21। ਰਿਪਲ ਫੈਕਟਰ ਕੀ ਹੁੰਦਾ 1.21। ਰਿਪਲ ਕੀ ਹੁੰਦਾ, ਰਿਪਲ ਚ ਤੁਹਾਨੂੰ ਦੱਸਿਆ ਸੀਗਾ ਕਿ ਪਲਸੇਟਿੰਗ ਡੀਸੀ ਆਉਟਪੁੱਟ ਆ ਜਾਂਦੀ ਹੈ, ਪਲਸੇਟਿੰਗ ਆ ਜਾਂਦੀ ਹੈ ਇਸ ਤਰ੍ਹਾਂ ਨਾਲ ਕਿ ਆਉਟਪੁੱਟ ਜਿਹੜੀ ਸਾਡੇ ਕੋਲ ਇਸ ਤਰ੍ਹਾਂ ਨਾਲ ਆਉਂਦੀ ਹੈ। ਸੋ ਅਸੀਂ ਕੀ ਕਰਦੇ ਹਾਂ, ਇਹਦਾ ਜਿਹੜਾ ਰਿਪਲ ਫੈਕਟਰ ਆ ਉਹ ਕਿੰਨਾ ਹੁੰਦਾ 1.21। ਰਿਪਲ ਫੈਕਟਰ ਕੀ ਇਹਦਾ ਆਉਟਪੁੱਟ ਵੋਲਟੇਜ ਕੰਟੇਨ ਬਹੁਤ AC ਐਂਡ DC ਕੰਪੋਨੈਂਟ, ਦੋਨੋਂ ਹੀ ਕੰਪੋਨੈਂਟ ਇਹਦੇ ਵਿੱਚ ਹੁੰਦੇ ਆ। ਸੋ ਰਿਪਲ ਫੈਕਟਰ ਨੂੰ ਅਸੀਂ ਮੈਜ਼ਰ ਕਰਦੇ ਹਾਂ ਪਰਸੈਂਟੇਜ ਆਫ, ਪਰਸੈਂਟੇਜ ਦੇ ਵਿੱਚ। ਸੋ ਅਸੀਂ ਕਹਿ ਸਕਦੇ ਹਾਂ ਕਿ it is the quantity of DC voltage which a rectifier can convert from AC to DC। एक DC quantity है, एक DC हैगे वोल्टेज जो कि एक रेक्टिफायर ਜਿਹੜਾ ਕਨਵਰਟ ਕਰਦਾ ਜਿਹੜੇ ਵੋਲਟੇਜ ਨੂੰ AC ਤੋਂ DC ਦੇ ਵਿੱਚ। तो ਇਹਦੀ ਜਿਹੜੀ ਰਿਪਲ ਫੈਕਟਰ ਜਿਹੜੇ ਆ ਉਹ ਹਾਫ ਵੇਵ ਰੈਕਟੀਫਾਇਰ ਲਈ 1.21 ਹੁੰਦੇ ਆ। ਹੋਰ ਰਿਪਲ ਫੈਕਟਰ ਐਕਸਪਲੇਨ ਕਰੀਏ ਜੇ ਇੱਕ RMS ਵੈਲਿਊ ਹੈ, RMS ਵੈਲਿਊ ਜਿਹੜੀ ਹੈ ਦੇਖੋ, RMS ਵੈਲਿਊ ਜਿਹੜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਕੀ ਹੁੰਦੀ ਹੈ। RMS ਵੈਲਿਊ ਜਦੋਂ ਅਸੀਂ ਫਾਈਂਡ ਆਊਟ ਕਰਾਂਗੇ ਹਾਫ ਵੇਵ ਲਈ, ਇਹਦੀ ਜਿਹੜੀ RMS ਵੈਲਿਊ ਫਾਈਂਡ ਆਊਟ ਕਰਾਂਗੇ ਤੇ ਇਹ ਆ ਜਾਣੀ ਸਾਡੀ IM/2, IM/2 ਤੇ 1/2। ਇਹਦਾ ਮਤਲਬ IM/2 ਨੂੰ ਅਸੀਂ ਕੀ ਲਿਖ ਸਕਦੇ ਹਾਂ 1/2 into IM, ਇੱਥੇ 1/2, 1/2 into IM। 1/2 मतलब क्या हो गया, हाफ हो गया, हाफ मीन्स 0.5 into IM। IM की है मैक्सिमम करंट, RMS वैल्यू की होएगी यदि मीन्स मैक्सिमम करंट दा नाल ओदा हाफ होएगा, मैक्सिमम करंट दा हाफ होएगा। सो जो ਅਸੀਂ ਇਹਦੀ ਰਿਪਲ ਫੈਕਟਰਸ ਅਸੀਂ ਅੱਗੇ ਫਾਈਂਡ ਆਊਟ ਕਰਦੇ ਹਾਂ ਕਿ ਰਿਪਲ ਫੈਕਟਰ ਕੀ ਨੇ, ਕਿ ਰਿਪਲ ਫੈਕਟਰ ਜਿਹੜਾ ਹੁੰਦਾ AC ਇਨਪੁਟ ਓਵਰ DC, AC ਕਰੰਟ ਓਵਰ DC ਕਰੰਟ ਆਉਟਪੁੱਟ ਦੇ ਵਿੱਚ ਸਾਡੇ ਕੋਲ AC ਓਵਰ DC। ਹੁਣ ਰਿਪਲ ਫੈਕਟਰ ਜਿਹੜੇ ਆ ਉਹ ਇਨਪੁਟ ਕਰੰਟ ਓਵਰ ਕੀ ਆ ਗਿਆ, ਇਨਪੁਟ ਕਰੰਟ ਓਵਰ ਆਉਟਪੁੱਟ ਕਰੰਟ। AC ਇਨਪੁਟ AC ਕਰੰਟ ਜਿਹੜਾ ਔਰ DC ਕਰੰਟ ਆ, AC ਕਰੰਟ ਓਵਰ DC ਕਰੰਟ। ਹੁਣ ਜਦੋਂ ਰਿਪਲ ਫੈਕਟਰ ਨੂੰ ਅਸੀਂ ਇੱਕ ਤਾਂ ਆ ਸਿੰਬਲ ਆ, ਦੂਜਾ ਅਸੀਂ ਇਹਨੂੰ R ਨਾਲ ਵੀ ਡਿਨੋਟ ਕਰ ਸਕਦੇ ਹਾਂ ਰਿਪਲ ਫੈਕਟਰ ਨੂੰ।
ਹੁਣ ਰਿਪਲ ਫੈਕਟਰ ਫਾਈਂਡ ਆਊਟ ਕਰਨ ਲਈ ਸਾਡੇ ਕੋਲ ਜਦੋਂ ਅਸੀਂ ਇਹਨਾਂ ਨੂੰ ਅੱਗੇ ਥੋੜਾ ਐਕਸਪਲੇਨ ਕਰਾਂਗੇ ਤੇ ਅਸੀਂ ਇਹਨੂੰ ਲਿਖ ਸਕਦੇ ਹਾਂ ਕਿ I RMS ਮਤਲਬ ਰੂਟ ਮੀਨ ਸਕੁਅਰ ਵੈਲਿਊ RMS I ਉਹਦਾ ਸਕੁਅਰ ਮਾਈਨਸ DC ਕਰੰਟ ਉਹਦਾ ਸਕੁਅਰ ਦਾ ਹੋਲ ਸਕੁਅਰ ਰੂਟ ਓਵਰ IDC। ਇਹਨੂੰ ਅਸੀਂ ਜਦੋਂ I ਦੀ ਵੈਲਿਊ ਸਾਨੂੰ ਪਤਾ ਕਿਹਦੇ ਇਕੁਅਲ ਹੁੰਦੀ ਆ V ਓਵਰ R। I ਦੀ ਵੈਲਿਊ ਕੀ ਹੁੰਦੀ ਹੈ V ਓਵਰ R। ਇਹਦਾ ਮਤਲਬ ਜੇ ਇੱਥੇ I RMS ਆ ਤੇ ਇੱਥੇ ਕੀ ਆ ਜਾਏਗਾ I ਓਵਰ ਨਾਲ ਕੀ ਆ ਜਾਏਗਾ, ਇਹਨੂੰ ਅਸੀਂ ਕੀ ਲਿਖ ਸਕਦੇ ਹਾਂ V ਓਵਰ R। ਇਹਨੂੰ ਕੀ ਲਿਖ ਸਕਦੇ ਹਾਂ V ਅਪੋਨ R। ਸੋ ਇਸੇ ਤਰ੍ਹਾਂ ਇੱਥੇ ਵੀ R ਆਏਗਾ ਕਿਉਂਕਿ I ਦੀ ਵੈਲਿਊ ਇੱਥੇ IDC ਹੈ, ਇੱਥੇ ਕੀ ਆ ਜਾਏਗਾ VDC ਓਵਰ ਨਾਲ ਕੀ ਆ ਜਾਏਗਾ R। ਰੈਜ਼ਿਸਟੈਂਸ ਜਿਹੜੀ ਹੈ ਲੋਡ ਰੈਜ਼ਿਸਟੈਂਸ ਜੋ ਹੈ RL ਮਤਲਬ ਇੱਥੇ ਕੀ ਲਿਖਾਂਗੇ R ਦੀ ਬਜਾਏ RL ਲਿਖਾਂਗੇ ਲੋਡ ਰੈਜ਼ਿਸਟੈਂਸ। ਸੇਮ ਵੇ ਨਾਲ ਜੋ ਨੀਚੇ ਆ IDC ਹੈ DC ਕਰੰਟ ਹੈ ਉਹ ਵੀ ਸਾਡੇ ਕੋਲ ਇਹ ਕੀ ਆ ਜਾਏਗਾ V ਓਵਰ R, ਇੱਥੇ ਵੀ RL ਆ ਜਾਏਗਾ। ਜਦੋਂ RL ਆ ਜਾਏਗਾ ਰੋਡ ਰੈਜ਼ਿਸਟੈਂਸ, ਜਦੋਂ ਨੂੰ ਥੋੜਾ ਅੱਗੇ ਹੋਰ ਇੱਕ ਸਟੈਪ ਸਿੰਪਲੀਫਾਈ ਕਰਾਂਗੇ ਤੇ RL ਸਾਡਾ ਸਾਰਾ ਹੀ ਉਹ ਕੈਂਸਲ ਹੋ ਕੇ ਤੇ ਸਾਡੇ ਕੋਲ ਓਨਲੀ ਇੱਕ ਇਹੀ ਵੈਲਿਊ ਰਹਿ ਜਾਣੀ ਹੈ ਕਿ V RMS ਦਾ ਸਕੁਅਰ ਮਾਈਨਸ V DC ਦਾ ਸਕੁਅਰ ਓਵਰ VDC। ਮਤਲਬ V RMS ਜਿਹੜੀ ਇਹਦੀ ਵੈਲਿਊ ਹੈ ਉਹ ਕਿੰਨੀ ਹੈਗੀ ਹੈ 0.5 ਨਾਲ ਮੈਕਸਿਮਮ ਵੋਲਟੇਜ। ਜਿਵੇਂ ਹੁਣੇ ਅਸੀਂ ਫਾਈਂਡ ਕੀਤੀ ਹੈ ਕਿ ਜਿਹੜੀ RMS ਵੈਲਿਊ ਜਿਹੜੀ ਆ ਉਹ ਕਿੰਨੀ ਹੈਗੀ ਆ RMS ਵੈਲਿਊ ਜਿਹੜੀ ਆ ਉਹ ਕਿੰਨੀ ਹੈਗੀ ਆ 0.5 ਇੰਟੂ IM। ਤੇ DC ਅਸੀਂ ਪਹਿਲਾਂ ਹੀ ਫਾਈਂਡ ਆਊਟ ਕੀਤੇ DC ਵੋਲਟੇਜ ਉਹ ਕਿੰਨੇ ਫਾਈਂਡ ਆਊਟ ਕੀਤੇ ਸੀਗੇ 0.318 ਇੰਟੂ IM, ਜਿੰਨਾ ਮੈਕਸਿਮਮ ਕਰੰਟ ਸੀਗਾ ਉਹਦਾ ਮਲਟੀਪਲਾਈ ਕਰ ਦੋ ਉਹਨੂੰ 0.318 ਨਾਲ। ਸੇਮ ਵੇ ਨਾਲ DC ਫਿਰ ਸਾਡੇ ਕੋਲ ਕਿੰਨੀ ਆ ਗਈ 0.318 IM। ਨੈਕਸਟ ਇੱਕ ਅਗਲਾ ਸਟੈਪ ਇੱਕ ਹੋਰ ਅਸੀਂ ਇਹਨੂੰ ਜੇ ਐਕਸਪਲੇਨ ਕਰੀਏ ਸਿੰਪਲੀਫਾਈ ਕਰੀਏ ਤੇ ਸਾਡੇ ਕੋਲ ਵੈਲਿਊ ਜਿਹੜੀ ਇਹਨੂੰ ਕਿੰਨੀ ਆ ਜਾਂਦੀ ਹੈ 1.21। ਸੋ ਜਿਹੜੇ ਰਿਪਲ ਫੈਕਟਰਸ ਆ ਉਹ 1.21 ਆਉਣਗੇ। ਸੋ ਇਸੇ ਦੇ ਨਾਲ ਹੀ ਅੱਜ ਦਾ ਜਿਹੜਾ ਉਹ ਸੈਸ਼ਨ ਜਿਹੜਾ ਉਹ ਖਤਮ ਕਰਦੇ ਆ। ਸੋ ਅੱਜ ਦੇ ਜੋ ਮਾਈ ਰੈਫਰੈਂਸਸ ਹੈ ਉਹ ਸ਼੍ਰੀ ਵਿਜੇਂਦਰ ਧਵਨ ਸਰ ਸਾਡੇ ਡਿਪਟੀ ਡਾਇਰੈਕਟਰ, RP ਸਿੰਘ ਸਰ ਹੈ ਅਸਿਸਟੈਂਟ ਡਾਇਰੈਕਟਰ, ਸਾਡੇ ਮੈਡਮ ਪ੍ਰਿੰਸੀਪਲ ਨਿਮਰਤਾ ਦੇਵੀ, ਸਾਡੇ ਹਰਵਿੰਦਰ ਸਿੰਘ ਜੀ ਸਰ ਜੀ ਹੈ ਗਵਰਨਮੈਂਟ IT ਕਲਾਨੌਰ ਤੋਂ। ਸੋ ਇਹ ਸਾਰਿਆਂ ਦੀ ਸਪੋਰਟ ਰਹੀ ਹੈ ਮੈਨੂੰ। ਸੋ ਮੈਂ ਲੈਕਚਰ ਜਿਹੜੇ ਆ ਡਿਲੀਵਰ ਕਰ ਰਿਹਾ ਔਰ ਨੈਕਸਟ ਵੀ ਕਰਦਾ ਰਵਾਂਗਾ। ਸੋ ਥੈਂਕ ਯੂ ਵੈਰੀ ਮਚ। ਇਹਦੇ ਨਾਲ ਹੀ ਅਸੀਂ ਜਿਹੜਾ ਸੈਸ਼ਨ ਆ ਉਹ ਐਂਡ ਕਰ ਰਹੇ ਹਾਂ। ਠੀਕ ਹੈ ਸਰ। हेलो।